पैर की चरण कर पाके लोयण सुरत करे पैर के चरण कर पाके लोयण सुरत करे नानक कहे सियाणियां इम कुंत मिलावा श्लोक पहला दूजा अखी बाजू देखना अखी बाजू देखना तेरा बाजू चलना तेरा बाजू चलना वीण कथा करना वीण कथा करना सुनना
ਜੀਵੇ ਬਾਝੋਂ ਬੋਲਣਾ, ਜੀਵੇ ਬਾਝੋਂ ਬੋਲਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ, ਨਮਸਕਾਰ। ਇੱਥੋਂ ਦੇ ਰਜਿਸਟਰਾਰ ਡਾਕਟਰ ਦਵਿੰਦਰ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਸਰਜਿੰਦਰ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੇ ਹੈੱਡ ਆਫ ਦਾ ਡਿਪਾਰਟਮੈਂਟ, ਅਤੇ ਜੂਨੀਅਰ ਰਜਿਸਟਰਾਰ ਜਿਹੜੇ ਨੇ ਪ੍ਰਭਲੀਨ ਸਿੰਘ ਜੀ, ਪੰਜਾਬੀ ਯੂਨੀਵਰਸਿਟੀ, ਇਹਨਾਂ ਸਾਰਿਆਂ ਸਮੇਤ ਟਾਈਮ ਟੀਵੀ ਚੜ੍ਹਦੀ ਕਲਾ ਦੇ ਪੂਰੇ ਗਰੁੱਪ ਅਤੇ ਇੱਥੇ ਦਾ ਸਾਰਾ ਸਟਾਫ ਔਰ ਇੱਥੇ ਆਈ ਹੋਈ ਸਾਰੀ ਸੰਗਤ, ਅਤੇ ਖ਼ਾਸ ਤੌਰ 'ਤੇ ਜਿਹੜੇ ਸਟੂਡੈਂਟਸ ਜਿਨ੍ਹਾਂ ਵਾਸਤੇ ਇਸ ਨੂੰ ਉਲੀਕਿਆ ਗਿਆ, ਸਾਰਿਆਂ ਦਾ ਮੈਂ ਧੰਨਵਾਦੀ ਹਾਂ ਕਿ ਇੱਕ ਕੀਮਤੀ ਮਾਹੌਲ ਅਮੁੱਲ ਗੁਣ ਦੇ ਅਮੁੱਲ ਵਪਾਰ ਕਰਨ ਵਾਸਤੇ ਬਣਾਇਆ ਗਿਆ। ਅਸੀਂ ਅੱਜ ਦੇ ਆਪਣੇ ਇਸ ਸੈਮੀਨਾਰ ਵਿੱਚ ਕੇਵਲ ਅਤੇ ਕੇਵਲ ਗੁਰਬਾਣੀ 'ਚੋਂ ਕੁਝ ਸਮਝਣ ਦਾ ਯਤਨ ਕਰਾਂਗੇ। ਜੋ ਕੁਝ ਵੀ ਆਪ ਜੀ ਨਾਲ ਸਾਂਝ ਕੀਤੀ ਜਾਏਗੀ, ਮੈਂ ਨਿਮਾਣਾ ਜਿਹਾ ਯਤਨ ਕਰਾਂਗਾ ਕਿ ਸਪੌਂਟੇਨੀਅਸ ਆਪ ਜੀ ਨਾਲ ਕੁਝ ਸਾਂਝ ਕੀਤੀ ਜਾਏ। ਮੇਰੇ ਨਾਲ ਇਸ ਫਲਾਈਟ ਨੂੰ ਉਡਾਉਣ ਵਾਸਤੇ ਕੋ ਪਾਇਲਟ ਨੇ ਮੇਰੇ ਵੀਰ ਪੁਸ਼ਪਿੰਦਰ ਸਿੰਘ ਜੀ, ਜੋ ਕਿ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ ਨੇ, ਔਰ ਸਾਡੀ ਸਾਰੀ ਵੈਬਸਾਈਟ ਪਲੱਸ ਜਿਤਨੇ ਸਾਡੇ ਆਰਟੀਕਲਸ ਹੁੰਦੇ ਨੇ ਉਹਨਾਂ ਨੂੰ ਕੰਪਿਊਟਰ ਦੇ ਪ੍ਰੋਗਰਾਮਿੰਗ ਤੋਂ ਲੈ ਕੇ ਬੁੱਕਸ ਦੀ ਐਡੀਟਿੰਗ ਔਰ ਸਾਰੇ ਕੰਮ ਕਰਦੇ ਨੇ। ਬਾਕੀ ਸਾਰੀ ਟੀਮ ਜਿਤਨੀ ਵੀ ਲਿਵਿੰਗ ਟ੍ਰੈਜਰ ਦੀ ਆ, ਸਾਰਿਆਂ ਦੇ ਇੱਥੇ ਮੈਂ ਨਾਂ ਨਹੀਂ ਲੈ ਸਕਦਾ। ਇਸ ਵੇਲੇ ਇਹ ਮੇਰੇ ਨਾਲ ਸਾਥ ਦੇਣਗੇ, ਜਿਹੜੀ ਇਹਨਾਂ ਨੇ ਕੁਝ ਸਲਾਈਡਸ ਜਦੋਂ ਇਹ ਸਾਡੀ ਬੁੱਕਸ ਨੂੰ ਐਡਿਟ ਕਰਦੇ ਨੇ ਉਹਦੇ ਵਿੱਚੋਂ ਕੁਝ ਪੁਆਇੰਟਸ ਇਹਨਾਂ ਨੇ ਕੱਢੇ ਨੇ, ਅਤੇ ਉਹ ਸਲਾਈਡਸ ਲੈ ਕੇ ਮੈਨੂੰ ਸਹਿਯੋਗ ਦੇਣਗੇ। ਸੋ ਮੈਂ ਇਹਨਾਂ ਅੱਗੇ ਬੇਨਤੀ ਕਰਾਂਗਾ ਕਿ ਇਹ ਜਿੱਥੇ ਜਿੱਥੇ ਸਲਾਈਡ ਪੜ੍ਹਨਗੇ ਉੱਥੇ ਅਸੀਂ ਇਹਨਾਂ ਨੂੰ ਸੁਣਾਂਗੇ, ਔਰ ਮੈਂ ਇਹ ਲਿਬਰਟੀ ਲਵਾਂਗਾ ਕਿ ਵਿਚਕਾਰ ਮੈਂ ਇੰਟਰਪਟ ਕਰ ਸਕਦਾ ਹਾਂ। ਆਪ ਜੀ ਸਾਰਿਆਂ ਦੀ ਇਕਾਗਰਤਾ ਦਾ ਧੰਨਵਾਦੀ ਹਾਂ, ਅਤੇ ਜਿਸ ਬਹਾਵ ਵਿੱਚ ਇਸ ਪ੍ਰੋਗਰਾਮ ਨੂੰ ਕਰਨਾ ਚਾਹੀਦਾ, ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਬਹਾਵ ਬਣ ਸਕੇ। ਆਪ ਜੀ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਉਮੰਗ ਹੈ, ਕਿਉਂਕਿ ਟਾਈਮ ਟੀਵੀ ਚੜ੍ਹਦੀ ਕਲਾ ਜਦੋਂ ਘਰ ਘਰ ਵਿੱਚ ਜਾ ਰਿਹਾ, ਅਤੇ ਸੰਗਤਾਂ ਮੈਨੂੰ ਜਿਹੜੀਆਂ ਉਹਨੇ ਬਾਹਰ ਮਿਲੀਆਂ, ਕਈ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ। ਇੱਕ ਸੱਜਣ ਨੇ ਮੈਨੂੰ ਦੱਸਿਆ, ਮੈਂ 6 ਘੰਟੇ ਦੀ ਬੱਸ ਦਾ ਸਫ਼ਰ ਕਰਕੇ ਆਇਆ। ਜੋ ਕੁਛ ਵੀ ਇਸ ਪ੍ਰੋਗਰਾਮ ਨੂੰ ਉਲੀਕਣ ਵਾਸਤੇ ਉੱਦਮ ਕੀਤੇ ਗਏ ਨੇ, ਮੈਂ ਉਹ ਉਹਨਾਂ ਦੀ ਸਰਾਹਨਾ ਕਰਦਾ ਹਾਂ। ਖ਼ਾਸ ਤੌਰ 'ਤੇ ਇੱਥੋਂ ਦੇ ਰਜਿਸਟਰਾਰ ਜੀ ਔਰ ਹੈੱਡ ਆਫ ਦਾ ਡਿਪਾਰਟਮੈਂਟ ਗੁਰੂ ਗ੍ਰੰਥ ਸਾਹਿਬ, ਔਰ ਜੋ ਕੁਛ ਵੀ ਇੱਥੇ ਦੇ ਐਗਜ਼ੈਕਟਿਵ ਮੈਂਬਰਸ ਨੇ, ਇੰਕਲੂਡਿੰਗ ਨੌਜਵਾਨ ਪ੍ਰਭਲੀਨ ਸਿੰਘ ਜੀ। ਮੈਂ ਇੱਕ ਗੱਲ ਐਕਨੋਲੇਜ ਕਰਨਾ ਚਾਹੁੰਦਾ ਕਿ ਜ਼ਿਆਦਾਤਰ ਐਸੇ ਪ੍ਰੋਗਰਾਮਸ ਵਿੱਚ ਜਿਹੜੇ ਕਿ ਸਾਨੂੰ ਬਹੁਤ ਚਾਂਸ ਮਿਲਦਾ ਯੂਨੀਵਰਸਿਟੀਜ਼ ਔਰ ਕਾਲਜਿਸ ਵਿੱਚ ਵਰਲਡ ਵਾਈਡ ਸਟੂਡੈਂਟਸ ਨਾਲ ਜਾਂ ਪੇਰੈਂਟਸ ਨਾਲ ਔਰ ਪ੍ਰੋਫੈਸਰਸ ਨਾਲ ਸੈਮੀਨਾਰ ਕਰਨ ਦਾ, ਅਤੇ ਉੱਥੇ ਜਿਹੜੀਆਂ ਐਸੀਆਂ ਸ਼ਖਸੀਅਤਾਂ ਹੁੰਦੀਆਂ ਉਹ ਸਿਰਫ ਬੁੱਕੇ ਦੇ ਕੇ ਟੁਰ ਜਾਂਦੀਆਂ ਨੇ, ਉਹ ਕੁਝ ਸੁਣਦੇ ਨਹੀਂ ਹਨ। ਅਸੀਂ ਵੈਸੇ ਸੁਣਾਉਣ ਦੀ ਕਪੈਸਿਟੀ 'ਚ ਵੀ ਨਹੀਂ ਹੁੰਦੇ ਹਾਂ, ਪਰ ਮੈਂ ਧੰਨਵਾਦੀ ਹਾਂ ਕਿ ਮੈਨੂੰ ਨਿਵਾਜਣ ਵਾਸਤੇ ਸਾਰੇ ਪਤਵੰਤੇ ਸੱਜਣ, ਜਿਹੜੇ ਕਿ ਲਿਟਰੇਰੀ ਤੌਰ 'ਤੇ ਮਚ ਹਾਇਰ ਨੌਲੇਜ ਰੱਖਦੇ ਨੇ ਮੇਰੇ ਨਾਲੋਂ, ਔਰ ਮੈਂ ਇਸ ਹਿਸਾਬ ਨਾਲ ਤਾਂ ਕੁਛ ਪੜ੍ਹਿਆ ਹੀ ਨਹੀਂ ਹੋਇਆ ਹਾਂ, ਗੁਰਬਾਣੀ ਦੇ ਰਾਹੀਂ ਕੁਝ ਸਾਂਝ ਕਰਨ ਦਾ ਯਤਨ ਕਰਾਂਗੇ। ਦੂਜੀ ਗੱਲ, ਥੋੜ੍ਹਾ ਮੈਂ ਇੱਕ ਉਲਾਸ ਵਿੱਚ, ਇੱਕ ਖੇੜੇ ਵਿੱਚ ਥੋੜ੍ਹਾ ਸਹਿਮਿਆ ਵੀ ਹੋਇਆ ਕਿ ਸਿੱਖ ਜਗਤ ਦੀ ਇੰਡੀਆ ਨਹੀਂ ਪੂਰੇ ਵਰਲਡ ਵਿੱਚ ਮੰਨੀ ਹੋਈ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਡਿਪਾਰਟਮੈਂਟ ਦੇ ਡਾਕਟਰ ਵਜ਼ੀਰ ਸਿੰਘ ਜੀ, ਡਾਕਟਰ ਅਵਿਨਾਸ਼ ਕੌਰ ਜੀ, ਜਿਹੜੇ ਇੰਨੇ ਖੋਜੀ ਵਿਦਵਾਨ ਇੱਥੋਂ ਰਿਟਾਇਰ ਹੋ ਕੇ ਗਏ ਨੇ, ਉਹ ਮੇਰੀਆਂ ਬੁੱਕਸ ਨੂੰ ਪ੍ਰੀਫੇਸ ਲਿਖਦੇ ਸਨ, ਅਤੇ ਮੈਂ ਹੈਰਾਨ ਹੋ ਰਿਹਾ ਕਿ ਅੱਜ ਉਸ ਯੂਨੀਵਰਸਿਟੀ ਵਿੱਚ ਮੈਨੂੰ ਚਾਂਸ ਮਿਲਿਆ। ਸਹਿਮਿਆ ਮੈਂ ਇਸ ਕਰਕੇ ਹਾਂ ਕਿ ਅੱਜ ਤੋਂ ਕਰੀਬਨ 10 ਸਾਲ ਪਹਿਲਾਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਰਲਡ ਬੁੱਕ ਫੇਅਰ ਹੋਇਆ,
ਸਾਡਾ ਉੱਥੇ ਸਟਾਲ ਲਗਾਇਆ ਗਿਆ ਸੀ। ਸਟਾਲ ਦੇ ਸਾਹਮਣੇ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕਈ ਯੂਨੀਵਰਸਿਟੀਆਂ ਦੇ ਸਟਾਲਸ ਵੀ ਲੱਗੇ ਹੋਏ ਸਨ। ਸਾਡਾ ਸਟਾਲ ਰੀਜਨਲ ਲੈਂਗੁਏਜ ਵਿੱਚ ਲੱਗਾ ਸੀ, ਇਸ ਕਰਕੇ ਫਸਟ ਟਾਈਮ ਮੈਨੂੰ ਯੂਨੀਵਰਸਿਟੀਜ਼ ਦੀਆਂ ਬੁੱਕਸ ਇੱਕ ਐਗਜ਼ੀਬਿਸ਼ਨ ਗਰਾਊਂਡ 'ਤੇ ਲੱਗੀਆਂ ਦਿਸੀਆਂ। ਅੰਦਰੋਂ ਮੈਂ ਬਹੁਤ ਜ਼ਿਆਦਾ ਡਿਸਕਰੇਜਡ ਸੀ ਜਦੋਂ ਮੈਂ ਉਸ ਸਟਾਲ ਵਾਲੇ ਸੱਜਣਾ ਨੂੰ ਮਿਲਦਾ ਸੀ ਅਤੇ ਉਹਨਾਂ ਨੂੰ ਪੁੱਛਦਾ ਸੀ, ਇਹ ਸਟਾਲ 'ਤੇ ਕਿਤਾਬਾਂ ਕਿਸ ਤਰ੍ਹਾਂ ਲੱਗਦੀਆਂ ਨੇ, ਇਹ ਤੁਹਾਡੇ ਸਟਾਲ 'ਤੇ, ਯੂਨੀਵਰਸਿਟੀਜ਼ ਦੇ ਸਟਾਲ 'ਤੇ ਬੁੱਕਸ ਕਿਸ ਤਰ੍ਹਾਂ ਲੱਗਦੀਆਂ? They said one should be PhD and I'm not PhD. ਮੈਂ ਇੱਕ ਛੋਟੀ ਜਿਹੀ ਪੜ੍ਹਾਈ ਕੀਤੀ ਸੀ ਬ੍ਰੈਡ ਬਟਰ ਵਾਸਤੇ, ਸਿਵਲ ਇੰਜੀਨੀਅਰਿੰਗ, ਜੋ ਕਿ ਹੁਣ ਮੈਂ ਨਹੀਂ ਹਾਂ। ਪਰ ਮੈਂ ਉਹਨਾਂ ਨੂੰ ਪੁੱਛਿਆ, ਇੱਥੇ ਸਾਡੀ ਪੁਸਤਕ ਤੇ ਲੱਗ ਨਹੀਂ ਸਕਦੀ ਕਿਉਂਕਿ ਅਸੀਂ PhD ਨਹੀਂ ਹਾਂ। ਕਹਿੰਦੇ ਤੁਹਾਡੀ ਪੁਸਤਕ ਵਿੱਚ ਗ੍ਰੇਡ ਕੀ ਹੈ? ਇੱਕ ਲਿਖਾਰੀ ਦਾ ਨਾਮ ਹੀ ਨਹੀਂ ਮੈਂ ਲੈ ਸਕਦਾ, ਉਹ ਆਏ ਸਨ। ਉਹ ਕਹਿੰਦੇ ਤੁਹਾਡੀ ਪੁਸਤਕ ਵਿੱਚ ਨਵਾਂ ਹੀ ਕੀ ਹੈ? ਮੈਂ ਉਹਨਾਂ ਨੂੰ ਕਿਹਾ ਸੀ, ਛੋਟਾ ਮੂੰਹ ਵੱਡੀ ਗੱਲ, ਜੋ ਸਾਰੀਆਂ ਪੁਸਤਕਾਂ 'ਚ ਉਹ ਮੇਰੀ ਪੁਸਤਕ ਵਿੱਚ ਨਹੀਂ ਹੈ। ਤੇ ਅੱਜ ਮੈਂ ਖੇੜੇ ਵਿੱਚ ਵੀ ਹਾਂ ਔਰ ਸਹਿਮਿਆ ਵੀ ਹੋਇਆ ਕਿ ਉਸ ਯੂਨੀਵਰਸਿਟੀ ਅੰਦਰ ਜਿੱਥੇ ਇਤਨੀ ਵੱਡੀ ਸ਼ਖਸੀਅਤ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਜੀ, ਜਿਹੜੇ ਇਤਨੇ ਪੜ੍ਹੇ ਹੋਏ, ਜਿਨ੍ਹਾਂ ਨੂੰ ਮੈਂ ਬਚਪਨ ਤੋਂ ਦਿੱਲੀ ਦੇਖਦਾ ਸੀ, ਉਹਨਾਂ ਦੀ ਯੂਨੀਵਰਸਿਟੀ ਅੰਦਰ ਜਿੱਥੇ ਐਸੇ ਖੋਜੀ ਵਿਦਵਾਨ ਪਤਾ ਨਹੀਂ ਕਿਤਨੇ ਸਾਲਾਂ ਦੀ ਮਿਹਨਤਾਂ ਕਰਕੇ ਇਤਨੇ ਮੁਸ਼ਕਿਲ ਕੰਪੀਟੀਸ਼ਨ ਤੋਂ ਬਾਅਦ ਇੱਥੇ ਪਹੁੰਚਦੇ ਨੇ, ਇੱਥੋਂ ਦੇ ਸਟੂਡੈਂਟਸ ਨਾਲ ਇਸ ਅਦਾਰੇ ਵਿੱਚ ਮੈਨੂੰ ਬਾਣੀ ਦੀ ਸਾਂਝ ਕਰਨ ਦਾ ਸਮਾਂ ਬਖਸ਼ਿਆ ਜਾ ਰਿਹਾ। ਮੈਂ ਇਸ ਅਦਾਰੇ ਦਾ ਔਰ ਉਚੇਚਾ ਤੌਰ 'ਤੇ ਟਾਈਮ TV ਚੜ੍ਹਦੀ ਕਲਾ ਦਰਦੀ ਜੀ ਦਾ ਇੱਥੇ ਅਰੇਂਜ ਕਰਾਉਣ ਦਾ, ਔਰ ਖ਼ਾਸ ਤੌਰ 'ਤੇ ਡਾਕਟਰ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਇਜਾਜ਼ਤ ਦਿੱਤੀ ਹੈ, ਕਿਉਂਕਿ ਮੈਂ ਕਿਸੇ ਵੀ ਪਾਸੋਂ ਕੁਆਲੀਫਾਈ ਨਹੀਂ ਕਰਦਾ। ਆਈ ਐਮ ਨਾਟ ਸਰਟੀਫਾਈਡ ਮਿਸ਼ਨਰੀ, ਆਈ ਐਮ ਨਾਟ ਕੋਈ ਰਾਗੀ ਜੀ, ਗਿਆਨੀ ਜੀ, ਭਾਈ ਜੀ, ਪ੍ਰਚਾਰਕ ਜੀ, ਕਥਾਕਾਰ ਜੀ, ਐਂਡ ਆਈ ਐਮ ਨਾਟ ਕੋਈ ਸੰਤ ਜੀ, ਬਾਬਾ ਜੀ, ਆਈ ਐਮ ਨਾਟ ਸ੍ਰੀ ਮਾਨਿਕ ਸਵਾਟ ਜੀ, ਐਂਡ I qualify for nothing. ਪਤਾ ਨਹੀਂ ਪੋਸੀਬਲ ਕਿਸ ਤਰ੍ਹਾਂ ਹੋ ਗਿਆ। ਆਪ ਜੀ ਸਾਰੇ ਮੈਨੂੰ ਉਤਸ਼ਾਹ ਦੇਣਾ ਤਾਂ ਕਿ ਮੈਂ ਆਪਣੀ ਫਲਾਈਟ ਨੂੰ ਉਡਾ ਸਕਾਂ। ਅਸੀਂ ਸ਼ਬਦ ਗਾਇਨ ਕੀਤਾ ਹੈ। ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਇੰਝ ਹੀ ਹੁੰਦੀ ਹੈ। ਸਾਡੇ ਪ੍ਰੋਗਰਾਮ ਦਾ ਨਾਂ ਰੱਖਿਆ ਗਿਆ ਹੈ ਦ ਲਿਵਿੰਗ ਟ੍ਰੇਜਰ, ਜਿਸ ਨੂੰ ਪੰਜਾਬੀ 'ਚ ਕਹਿੰਦੇ ਨੇ ਜੀਵਨ ਜਾਂਚ ਦਾ ਖਜ਼ਾਨਾ। ਤੇ ਇੱਥੇ ਅਨਾਊਂਸਮੈਂਟ ਕੀਤੀ ਗਈ ਹੈ ਲਰਨਡ ਪਰਸਨੈਲਿਟੀਜ਼ ਵੱਲੋਂ ਕਿ ਅੱਜ ਇਹ ਸੁਮੇਲ ਹੋਏਗਾ ਅਧਿਆਤਮਵਾਦ ਦੇ ਨਾਲ। ਖੋਜ ਆਪਣੀ ਇੱਕ ਪਾਸੇ ਹੈ, ਲੇਕਿਨ ਖੋਜ ਨੂੰ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਅਸੀਂ ਕਿਵੇਂ ਜੀਂਦੇ ਹਾਂ, ਉਸ ਨੂੰ ਇਸ ਪ੍ਰੋਗਰਾਮ ਦੇ ਨਾਮ ਮੁਤਾਬਕ, ਜੀਵਨ ਜਾਂਚ ਦਾ ਖਜ਼ਾਨਾ ਮੁਤਾਬਕ ਅਸੀਂ ਸਮਝਣ ਦਾ ਯਤਨ ਕਰਾਂਗੇ। ਹਾਊ ਟੂ ਅਪਲਾਈ, ਇੱਕ ਮਕੈਨਿਕਸ ਹੁੰਦੀ ਹੈ, ਇੱਕ ਅਪਲਾਈਡ ਮਕੈਨਿਕਸ ਹੁੰਦੀ ਹੈ। ਆਪਣੇ 'ਤੇ ਅਪਲਾਈ ਕਿਵੇਂ ਕਰੀਦਾ? ਮੋਸਟਲੀ ਕੀ ਹੋ ਜਾਂਦਾ ਹੈ, ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਹੈ, ਬਹੁਤ ਪ੍ਰਚਲਿਤ ਗੱਲ ਹੈ, ਮਸ਼ਹੂਰ, ਕੱਗਾ ਕੋਇਆ, ਬੱਚਿਓ ਬੋਲੋ ਕੱਗਾ ਕੋਇਆ। ਬੱਚੇ ਕੱਗਾ ਕੋਇਆ ਬੋਲਦੇ ਨੇ। ਫਿਰ ਬੋਲਦਾ ਬੱਚੋ ਉੱਚਾ ਬੋਲੋ ਕੱਗਾ ਕੋਇਆ। ਚਪੜਾਸੀ ਬਾਹਰ ਸੁਣ ਜਾਂਦਾ ਹੈ, ਜਾ ਕੇ ਪ੍ਰਿੰਸੀਪਲ ਨੂੰ ਦੱਸਦਾ, ਜੀ ਇਹ
ਹੁੰਦਾ ਤੇ ਕੱਗਾ ਘੋੜਾ ਹੈ, ਪਰ ਇਹ ਬੱਚਿਆਂ ਨੂੰ ਤੁਹਾਡਾ ਟੀਚਰ ਕੱਗਾ ਕੋਇਆ ਪੜ੍ਹਾ ਰਿਹਾ। ਪ੍ਰਿੰਸੀਪਲ ਆ ਕੇ ਸਾਈਡ ਤੇ ਖੜਾ ਹੋ ਕੇ ਸੁਣਦਾ ਹੈ। ਟੀਚਰ ਉਹਨਾਂ ਨੂੰ ਕਹਿ ਰਿਹਾ ਹੁੰਦਾ ਹੈ ਕੱਗਾ ਕੋਇਆ। ਸਾਰੇ ਬੱਚੇ ਬੋਲਦੇ ਨੇ ਕੱਗਾ ਕੋਇਆ। ਪ੍ਰਿੰਸੀਪਲ ਅੰਦਰ ਆ ਜਾਂਦਾ ਹੈ ਔਰ ਟੀਚਰ ਨੂੰ ਸਾਈਡ ਤੇ ਕਰਕੇ ਬੋਲਦਾ ਹੈ ਕੱਗਾ ਘੋੜਾ ਹੁੰਦਾ ਹੈ। ਟੀਚਰ ਸਾਹਿਬ ਜੀ ਤੁਸੀਂ ਇਹਨਾਂ ਨੂੰ ਪੜ੍ਹਾਓ ਕੱਗਾ ਘੋੜਾ। ਸੋ ਟੀਚਰ ਕਹਿੰਦਾ ਮੈਂ ਭਾਵੇਂ ਕੱਗਾ ਕੋਇਆ ਬੋਲਣਾ, ਤੁਸੀਂ ਕੱਗਾ ਕੋਇਆ ਬੋਲਣਾ। That means he could not pronounce ਕੱਗਾ ਘੋੜਾ। ਜੇ ਟੀਚਰ ਪ੍ਰੋਨਾਊਂਸ ਕਰੇ ਸ਼ਰਾਬ ਨਹੀਂ ਪੀਣੀ ਚਾਹੀਦੀ, ਆਪ ਪੀਏ ਤਾਂ ਉਹ ਕੱਗਾ ਕੋਇਆ ਹੀ ਹੈ। ਜੇ ਟੀਚਰ ਪ੍ਰੋਨਾਊਂਸ ਕਰੇ ਕਿ ਬੱਚਿਆਂ ਨਾਲ ਵਿਤਕਰਾ ਨਹੀਂ ਕਰੀਦਾ ਔਰ ਆਪ ਵਿਤਕਰਾ ਕਰੇ, ਟੀਚਰ ਲੈਕਚਰ ਵਿੱਚ ਬੋਲੇ ਸਮਝਾਏ ਕਿ ਜਿਹੜੀਆਂ ਬੱਚੀਆਂ ਪੜ੍ਹਨ ਆਉਂਦੀਆਂ ਉਹਨਾਂ ਬੱਚੀਆਂ 'ਤੇ ਮੰਦੀ ਨਜ਼ਰ ਨਹੀਂ ਰੱਖੀਦਾ, ਉਹਨਾਂ ਨੂੰ ਆਪਣੀ ਬੇਟੀਆਂ ਸਮਝੀਦਾ, ਪਰ ਉਹ ਮੰਦੀ ਨਜ਼ਰ ਰੱਖੇ ਔਰ ਟਿਊਸ਼ਨ ਪੜ੍ਹਾਉਣ ਵੇਲੇ ਉਸ ਨਾਲ ਮਿਸਬਿਹੇਵ ਕਰ ਲਵੇ ਤਾਂ ਟੀਚਰ ਕੱਗਾ ਕੋਇਆ ਹੀ ਪੜ੍ਹਾਉਂਦਾ ਹੈ। ਅਸੀਂ ਸਭ ਨੇ ਟੀਚਰ ਨੂੰ ਨਹੀਂ ਵੇਖਣਾ, ਅਸੀਂ ਆਪਣੇ ਸੈਮੀਨਾਰਸ ਕਰਨ ਤੋਂ ਇਲਾਵਾ ਲੋਕਾਂ ਦੀ ਕਾਉਂਸਲਿੰਗ ਤੋਂ ਸਿੱਖਦੇ ਹਾਂ। ਜਦੋਂ ਮੈਂ ਅਮਰੀਕਾ ਦੇਖਿਆ ਕਿ ਕਾਉਂਸਲਿੰਗ ਦੇ ਕਾਉਂਸਲਰਸ ਇਤਨੀ ਫੀਸ ਲੈਂਦੇ ਨੇ ਔਰ ਲੋਕੀ ਦੁਖੀ ਹੁੰਦੇ ਨੇ, ਤਾਂ ਦੁਖੀ ਲੋਕਾਂ ਨੂੰ ਫੀਸ ਲੈ ਕੇ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ, ਤਾਂ ਮੈਂ ਸੋਚਿਆ ਮੈਂ ਆਪਣੇ ਇੰਡੀਆ ਜਾਵਾਂਗਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਲੋਕਾਂ ਦੀ ਕਾਉਂਸਲਿੰਗ ਕਰਿਆ ਕਰਾਂਗੇ। ਤਾਂ ਜਦੋਂ ਅਸੀਂ ਲੋਕਾਂ ਦੀ ਕਾਉਂਸਲਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਸਿੱਖਦੇ ਹਾਂ। ਔਰ ਕਾਉਂਸਲਿੰਗ ਕਰਨ ਵੇਲੇ ਇੱਕ ਬੀਬੀ ਜੀ ਕਹਿੰਦੇ ਨੇ ਮੇਰੇ ਪਰਿਵਾਰ ਵਿੱਚ ਬਣਦੀ ਨਹੀਂ ਹੈ, ਮੇਰੇ ਪਤੀ ਔਰ ਮੇਰੀ ਸੱਸ ਦੇ ਨਾਲ ਤੁਸੀਂ ਚੱਲ ਕੇ ਮੇਰੀ ਹੈਲਪ ਕਰ ਸਕਦੇ ਹੋ। ਅਸੀਂ ਉਹਨਾਂ ਦੇ ਘਰ ਹੈਲਪ ਕਰਨ ਗਏ, ਪਰ ਕਾਉਂਸਲਿੰਗ ਦੇ ਦੌਰਾਨ ਪਤਾ ਲੱਗਾ ਬੱਚਿਆਂ ਔਰ ਪਤੀ ਔਰ ਸੱਸ ਨੂੰ ਪੁੱਛ ਕੇ ਕਿ ਇਹ ਬੀਬੀ ਜੀ ਘਰ ਗਾਲਾਂ ਕੱਢਦੇ ਹਨ ਪਤੀ ਔਰ ਸੱਸ ਨੂੰ ਔਰ ਗੱਲ-ਗੱਲ 'ਤੇ ਲੜਦੇ ਹਨ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇੰਝ ਕਿਉਂ ਕਰਦੇ ਹੋ? ਉਹ ਕਹਿੰਦੇ ਜਦੋਂ ਮੈਂ ਬਚਪਨ ਵਿੱਚ ਵਿਆਹੀ ਨਹੀਂ ਸੀ ਗਈ ਨਾ, ਤਾਂ ਮੇਰੀ ਮਾਂ ਨੂੰ ਮੇਰਾ ਪਿਤਾ ਹਰ ਵੇਲੇ ਡੋਮੀਨੇਟ ਕਰਦਾ ਸੀ। ਅਸੀਂ ਜਿੰਨੀਆਂ ਵੀ ਭੈਣਾਂ ਹਾਂ ਅਸੀਂ ਡਿਸਾਈਡ ਕਰ ਲਿਆ ਸੀ ਅਸੀਂ ਜਾ ਕੇ ਆਪਣੇ ਪਤੀ ਅਤੇ ਸੱਸ ਕੋਲੋਂ ਦੱਬਣਾ ਨਹੀਂ ਹੈ, ਪਹਿਲਾਂ ਹੀ ਰੌਲਾ ਪਾ ਦੇਣਾ। ਉਸਨੇ ਫੋਲੋ ਕਿਹਨੂੰ ਕੀਤਾ? ਆਪਣੇ ਪਿਤਾ ਦੇ ਮਿਸਕੰਡਕਟ ਨੂੰ। ਸਕੂਲ ਕਾਲਜ ਵਿੱਚ ਸਟੂਡੈਂਟਸ ਉਸ ਬੱਚੀ ਵਾਂਗੂ ਆਪਣੇ ਟੀਚਰ ਦਾ ਕੋਈ ਮਿਸਬਿਹੇਵ ਦੇਖ ਕੇ ਆਪਣੇ ਮਨ ਅੰਦਰ ਰੰਜਿਸ਼ ਰੱਖਦੇ ਨੇ ਔਰ ਉਸ ਰਿਜ਼ੈਂਟਮੈਂਟ ਨੂੰ ਕੈਰੀ ਕਰਦੇ ਰਹਿੰਦੇ ਨੇ ਔਰ ਦੂਜੀ ਜਗ੍ਹਾ ਜਾ ਕੇ ਕੱਢਦੇ ਨੇ। ਟੀਚਰ ਨਾਲ ਕੱਢ ਨਹੀਂ ਸਕਦੇ ਨੇ ਤਾਂ ਦੂਜੀ ਜਗ੍ਹਾ ਜਾ ਕੇ ਕੱਢਦੇ ਨੇ। ਅਸੀਂ ਸਾਰੇ ਟੀਚਰ ਨੂੰ ਫੋਰਗਿਵ ਕਰਾਂਗੇ। ਕਿਉਂ? ਕਿਉਂਕਿ ਉਹਨੇ ਆਪਣਾ ਸਿਲੇਬਸ ਵਾਲਾ ਕੰਮ ਕਰ ਲਿਆ ਐਂਡ ਦੈਟਸ ਇਟ। ਵੀ ਡੋਂਟ ਹੈਵ ਟੂ ਸੇ ਕਿ ਟੀਚਰ ਗਲਤ ਹੁੰਦਾ ਹੈ। ਓਨਲੀ ਵੀ ਹੈਵ ਟੂ ਅੰਡਰਸਟੈਂਡ ਆਈ ਐਮ ਹੀਅਰ ਟੂ ਸਟੱਡੀ। ਮੈਂ ਇੱਥੇ ਕੁਝ ਸਿੱਖਣ ਤੇ ਸਮਝਣ ਆਇਆ। ਸੋ ਅੱਜ ਦੇ ਸ਼ਬਦ ਨੂੰ ਜੇਕਰ ਅਸੀਂ ਵਿਚਾਰੀਏ ਤਾਂ ਉਸ ਨੂੰ ਵਿਚਾਰਨ ਤੋਂ ਪਹਿਲਾਂ ਅਸੀਂ ਸੋਚਾਂਗੇ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਦਿਸਣਾ, ਦੇਖਣਾ, ਸੁਣਨਾ ਔਰ ਜਾਣ ਲੈਣਾ, ਦਿਸ ਇਜ਼ ਜਸਟ ਆਊਟਰ ਨੌਲੇਜ। ਇਹਦੇ ਨਾਲ ਸੱਚ ਦਾ, ਇਨਸਾਨੀ ਜਾਮੇ ਵਿੱਚ ਇਨਸਾਨੀਅਤ ਦਾ ਇੱਕ ਵਾਮਥ ਦਾ ਸਵਾਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ। If one has knowledge ਕਿ ਮਿੱਠੀ ਖੀਰ ਕਿਵੇਂ ਬਣਦੀ ਹੈ, this knowledge is just knowledge। ਜਦੋਂ ਤੱਕ ਮਿੱਠੀ ਖੀਰ ਬਣਾ ਕੇ ਖਾਈ ਨਾ ਜਾਏ। ਇਹਨਾਂ ਨੌਲੇਜ ਲੈ ਲੈਣਾ ਬੜੀ ਆਸਾਨ ਹੈ। ਅੱਜ ਜਣੇ ਖੜੇ ਨੂੰ ਤੁਸੀਂ ਟੱਚ ਕਰਕੇ ਦੇਖੋ, one knows more than Wikipedia and Google। Everyone is Google, everyone is Wikipedia,
एवरीवन हैज़ लॉट ऑफ नॉलेज, लेकिन दिस नॉलेज इज जस्ट रेसिपी इकट्ठी की हुई है, कुकिंग करनी आती नहीं है। दिस्से सुनिए जानिए साउ ना पाया जाए, मैं पढ़ाई की क्यों की? ब्रेड बटर कमाने वास्ते, सर्वाइवल वास्ते। कि जिंदगी सिर्फ सर्वाइवल ही होंदा सब कुछ? सर्वाइवल ऑफ द फिटेस्ट ते डार्विन ने जानवरों वास्ते कहा सी। असी सारिਆਂ ਦੀ भज दौड़ ही बचपन तो इत्थे है, माँ प्यो कहते ने पढ़ लै अपने पैरों ते खड़ा हो सके। बस पैर किहड़े पता ही नहीं। इन्हां हत्थां नाल कमाएगा नहीं तो खाएगा कि? किहड़े हत्थां नाल? तेरी जे नज़र ठीक ना होई तो तू पढ़ाई किवें करेगा, सड़क ते ड्राइव किवें करेगा? अमेरिका ड्राइविंग लाइसेंस हर साल इंश्योरेंस वाले कहते ने तुसी ऑप्थोमोलॉजिस्ट को टेस्ट करा के आओ, तुहाडी आईसाइट 20/20 है कि नहीं तो ऐनक लानी पेगी और तुसी नहीं तो एक्सीडेंट कर दोगे। 20/20 आईसाइट होके ड्राइव करना इज डिफरेंट इशू, but how I look at the things, at the people, that is different। वो अखा मेरे को नहीं है। मैं डिग्रियां लेके इस कॉलेज तो चला जाऊंगा और बहुत मैं किसी होर जगह जाके पढ़ाने लग पाऊंगा, या मैं कोई जॉब ते लग जाऊंगा, कॉरपोरेट सैक्टर CEO बन जाऊंगा। सहज की होंदा, संतोख की होंदा, मैनूं इहदा तां स्वाद पता ही नहीं है। दैट मीनस मैनूं वर्च्यूज़ दे नाल किवें जीना है इहदे बारे मैनूं कोई नॉलेज नहीं है। इहदी नॉलेज कोई किताबां 'च नहीं मिलती है। दिस्से सुनिए जानिए साउ ना पाया जाए। जे नॉलेज होवे और इनू स्वाद नाल चखिया ना होवे, अपनी प्रैक्टिस, अपने सुभाव, अपने सहज विच सुभाव ना बनिया होवे, तां गुरु पातशाह अगे महला दूजा विच इस ते कहंदे न, दिस्से सुनिए जानिए साउ ना पाया जाए, रूहला टुंडा अंधला। क्यों गल लगे ताए तू रब जी नाल किवें इकमीक हो सकना है? Because if you see God, you cannot get up and go and embrace the God. Why? Because तू तो रूला टुंडा अंध लै, तू तो हैंडीकैप है। तेरे अंग टुटे हुए ने। अंग टुटे किवें होंदे ने? नरू मरे नर काम ना आवे, पशु मरे 10 काज सवारे। बर्कली यूनिवर्सिटी मैनूं चांस मिलिया 8 साल पहला इस ट्रांसलेशन का, कि तुसी भी गुरु ग्रंथ साहिब की ट्रांसलेशन करते हो, किस तरह करते हो, वाट इज़ योर टैक्नीक। तो साडी जीवन जाच दा खजाना वॉल्यूम 1 पुस्तक आई सी। तो मैं उन्होंने सांझ की कि असी रहाओ तो अर्थ लेंदे हां, पहली पंक्ति तो नहीं लेंदे। पहली पंक्ति है नरू मरे नर काम ना आवे, पशु मरे 10 काज सवारे। सारे स्कॉलर्स ने इसके अर्थ किए ने, बंदा मर जाए बंदा काम नहीं आंदा, पशु मर जाए 10 काम आंदा है। मेरे अमेरिकन लाइसेंस की बैक साइड पर लिखा, इफ यू वांट टू डोनेट योर ऑर्गनस आफ्टर डेथ, आफ्टर इमीजिएटली एक्सीडेंट तो बाद, तो इत्थे टिक मार्क कर दिओ ताकि तुहाडे घर वाले पोस्टमार्टम तो पहला तुहाडे ऑर्गनस डोनेट कर सकन। साडे ते अंग काम आंदे ने, पर गुरबाणी झूठ नहीं हो सकती। तो मैं उन्होंने की बेनती की, जितने उत्थे अमेरिकन गोरे बैठे सी या जिहड़े भी एंथ्रोपोलॉजिस्ट या कोई भी किस्म की स्टडी करने वाले बैठे सन, उन्होंने सांझ की कि इसके अर्थ समझने वास्ते रहाओ तो समझने पैणगे। रहाओ फर्स्ट परसन की लैंग्वेज है, अपने कर्म की गत मैं क्या जानू बाबा रे। रहाओ मैं जिस थॉट प्रोसैस अनुसार टुरदा हाँ, आई डोंट नो दैट कि उसके आफ्टर इफेक्ट्स के होंगे। माई थॉट प्रोसेस इज मेरा कर्म, मेरा फलसफा। हाउ डू आई थिंक, अपने कर्म की गत मैं क्या जानू, बाद विच की होएगा मैं क्या जानू बाबा रे। रहाओ हुण मेरी गल चल रही है, कर्म मेरे, कोई बंदा मर जाए बंदा काम नहीं आंदा, कोई पशु मर जाए काम आंदा, किसी और दी ते गल नहीं चल रही, गल रहाओ विच मेरी चल रही है। इस करके ये दूजी लाइन जिहड़ी लिखी है रहाओ वाली, इस तो ऊपर हुण पहला पदा शुरू होएगा, नरू मरे नर काम ना आवे। जदों मेरे अंदरों नरू मर जाता है, इंसानियत मर जाती है। यह लिटरेरी मीनिंग नहीं है।
ਇਹ ਮੱਖੀ ਤੇ ਮੱਖੀ ਮਾਰ ਕੇ ਵਰਡ ਬਾਈ ਵਰਡ अर्थ ਕਰਨ ਵਾਲੀ ਖੇਡ ਨਹੀਂ ਹੈ। ਅੰਦਰੋਂ ਇਨਸਾਨੀਅਤ ਮਰ ਜਾਏ ਮੈਂ ਕਿਸੇ ਕੰਮ ਨਹੀਂ ਆਉਂਦਾ ਹਾਂ, ਪਰ ਜੇ ਮੇਰੇ ਅੰਦਰੋਂ ਪਸ਼ੂਤਾ ਮਰ ਜਾਏ ਤੇ ਮੈਂ ਆਪਣੇ ਵੀ 10 ਕਾਸ ਵਾਰ ਸਕਦਾ ਤੇ ਸਾਰੀ ਦੁਨੀਆ ਦਾ ਭਲਾ ਵੀ ਕਰ ਸਕਦਾ। ਇਹ ਵਾਲੀ ਸ਼ਖਸੀਅਤ ਕਿਵੇਂ ਬਣਦੀ ਹੈ? ਜੇ ਸ਼ਖਸੀਅਤ ਨਹੀਂ ਬਣੀ ਤਾਂ ਅਸੀਂ ਆਪਣੇ ਆਪ ਨੂੰ ਮਾਰ ਲੈਂਦੇ ਹਾਂ ਔਰ ਅਸੀਂ ਹੈਂਡੀਕੈਪ ਹੁੰਦੇ ਹਾਂ। नरु मरे नर काम ना आवे, पशु मरे 10 काज सवारे, अपने कर्म की गत मैं क्या जानू बाबा रे रहाओ। इस तो बाद अगली पंक्ति आती है, हाथ जले जैसे लकड़ी का तूला। हड्डियां, ये अर्थ नहीं है कि मर जाने तो बाद हड्डियां ऐसे जल जाते हैं जैसे लकड़ियों का ढेर जल जाता है, नहीं। मैं ना अपनी हड्डियां कुछ ऐसियां बनाई हुई हैं स्टैंडिंग, ਜਦੋਂ ਤੁਹਾਡੇ ਚੋਂ ਕਿਸੇ ਦੀ ਹੱਥ ਪੈਰ ਟੁੱਟ ਜਾਏ ਨਾ, ਉਸ ਨੂੰ ਪੈਰ ਨੂੰ ਰੋਕ ਕੇ ਰੱਖਣ ਵਾਸਤੇ ਪਲਾਸਟਰ ਲਗਾਇਆ ਜਾਂਦਾ ਵੀ ਇਹ ਹੱਡੀ ਮੁੜ ਨਾ ਜਾਏ। ਇਹ ਜਿਹੜਾ ਪਲਾਸਟਰ ਲਗਾਇਆ ਜਾਂਦਾ ਨਾ, ਹੱਡੀ ਨੂੰ ਸਟੈਂਡਿੰਗ ਦਿੱਤੀ ਜਾਂਦੀ ਹੈ। ਮੈਂ ਆਪਣੀ ਝੂਠੀ ਹੱਡੀਆਂ ਦਾ ਢਾਂਚਾ ਬਣਾਇਆ ਹੋਇਆ ਹੈ। ਮੈਂ ਟੁਰਦਾ ਫਿਰਦਾ ਲਾਸ਼ ਹਾਂ। ਜਦੋਂ ਕਦੀ ਕਿੱਥੇ ਵੀ ਕੋਈ ਸਟੈਂਡਿੰਗ ਦੀ ਲੋੜ ਹੁੰਦੀ ਹੈ, ਮੈਂ ਸੱਚ ਨਾਲ ਤੇ ਸਟੈਂਡ ਕਰਦਾ ਹੀ ਨਹੀਂ, बल्कि मैं इतना हैंडीकैप हाँ जिथे मैनू जरा जी रिश्वत नज़र आए मेरी टंगा टूट जाती मैं ढह पैना। और किथे भी किसी होर नूं नीवा पाना होए, मैं कन्ना तो असलीयत वालों डोरा होके ओदी गल बड़े ध्यान नाल सुनन लग पैंदा। बुरे काम को उठ खलोया नाम की बेला पै पैस होया, मैनू बड़ा पसंद आता है। इस करके दुनिया में सच फैलता नहीं है। सच क्यों नहीं फैल पाता? क्योंकि ਲੱਖਾਂ ਬੰਦੇ ਗੰਦ ਘੋਲਣ ਨੂੰ ਤਿਆਰ ਹਨ, ਇੱਕ ਬੰਦਾ ਉੱਠ ਕੇ ਸੱਚ ਬੋਲਣ ਵਾਲੇ ਦੇ ਅਗੇਂਸਟ ਕੁਝ ਬੋਲਦੇ, ਸਾਰਿਆਂ ਨੂੰ ਉਹਦੀ ਗੱਲ ਪਸੰਦ ਆਉਂਦੀ ਔਰ ਸਾਰੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ। ਗੰਦ ਬੋਲਣ ਵਾਲੇ ਨੂੰ ਵਾਈਜ਼ ਮੈਨ ਚੁੱਪ ਰਹਿੰਦਾ ਹੈ। ਵਾਈਜ਼ ਮੈਨ ਆਪਣੇ ਵਾਈਟ ਕਾਲਰ ਨਾਲ ਆਪਣੇ ਕਮਰਿਆਂ 'ਚ ਬੈਠਾ ਰਹਿੰਦਾ ਹੈ। ਇੱਕ ਬੰਦਾ ਨਿੰਦਕ ਕਿਸੇ ਦੇ ਬਾਰੇ ਨਿੰਦਾ ਕਰਕੇ सारी दुनिया को गुमराह कर लेंदा है। वाइज मैन चुप रहिंदा है ते जिहड़ा विद्वान खोज करे वो खोज करके दुनिया के सामने लियाए तां उहदे बारे निंदक कुछ भी उल जलूल बक के सारी दुनिया को अन्ने राह ते पा दिंदा है। असी सारे रूहला टुंडा अंदरला, असी सारे हैंडीकैप हाँ। ਅਸੀਂ ਕਿਵੇਂ ਅੰਦਰ ਦੇ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਕਰ ਸਕਦੇ ਹਾਂ? ਵੈਨ ਆਈ ਹੈਵ ਨੋਟ ਟੇਸਟਿਡ ਵਨਨੈਸ ਵਿਦ ਗੋਡ, ਇਹ ਐਕਸਟੈਸੀ ਦਾ ਸਵਾਦ ਹੀ ਕੀ ਹੈ ਮੈਨੂੰ ਪਤਾ ਹੀ ਨਹੀਂ ਹੈ, ਤਾਂ ਮੈਂ ਆਪਣਾ ਜੀਵਨ ਕਿਵੇਂ ਬਣਾਵਾਂਗਾ? ਮੈਨੂੰ ਇੱਕ ਜੋਕ ਯਾਦ ਆਇਆ। ਲਾਲਾ ਜੀ ਬੋਲਦੇ ਹੈ, ਮੈਂ ਨੌਕਰ ਰੱਖਿਆ। ਕਿਸੇ ਨੂੰ ਪੁੱਛਿਆ ਕਿਉਂ? ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ, ਮੈਨੂੰ ਗਾਰਡਨਿੰਗ ਦਾ ਸ਼ੌਂਕ ਹੈ ਪਰ ਪੌਦਿਆਂ ਨੂੰ ਪਾਣੀ ਦੇਣ ਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ। मैं नौकर रखिया, पौधों को रोज़ पानी दिया करेगा। और नौकर ने आवाज़ मारी, पौधों को पानी दे दिया हाँ साहब। दूजे दिन फिर दे दिया हाँ जी। हर रोज़ पूछता सी। एक दिन लाला जी पूछते पौधों को पानी दे दिया? कहता नहीं। क्यों नहीं दिया? लाला जी आज ना बारिश बहुत आई है। कहता तो छतरी लेके दे देना था ना। आई थिंक लाला जी ਨੂੰ ਸਮਝ ਨਹੀਂ ਹੈ ਕਿ ਪਾਣੀ ਕਿਉਂ ਦੇਈਦਾ। ਕਿ ਅਸੀਂ ਉਹ ਲਾਲਾ ਜੀ ਵਾਂਗੂ ਆ ਕਿ ਧਰਮ ਵੀ ਪੜ੍ਹਦੇ ਹਾਂ, ਦੁਨਿਆਵੀ ਪੜ੍ਹਾਈ ਵੀ ਕਰਦੇ ਹਾਂ, ਬਟ ਵੀ ਡੋਂਟ ਨੋ ਦਾ ਪਰਪਸ ਆਫ ਇਟ। ਪਰਪਸ ਹੈ ਆਪਣੀ ਇਹ ਜਿਹੜੀ ਇਹ ਤੇਰੀ ਬੋਡੀ ਮਿਲੀ ਹੈ ਨਾ, ਇਹਨੂੰ ਮਨੁੱਖਾ ਦੇਹੀ ਨਹੀਂ ਕਹਿੰਦੇ ਨੇ। ਆਮ ਲੋਕਾਂ ਨੂੰ ਇਹ ਭੁਲੇਖਾ ਰਹਿੰਦਾ ਰੀਇਨਕਾਰਨੇਸ਼ਨ ਬਾਰੇ ਕਿ ਹਮ 84 ਲੱਖ ਜੂਨ ਕਾਟ ਕੇ ਹਿਊਮਨ ਬੀਇੰਗਸ हैं। रादर वी शुड से वी आर बिकमिंग ह्यूमन्स। ਅਸੀਂ ਦਿਨੋਂ ਦਿਨ ਸੱਚ ਲੈ ਕੇ ਇਨਸਾਨ ਬਣਨ ਦੀ ਰਸਤੇ ਤੇ ਹਾਂ, ਪਰ ਜੇ ਅਸੀਂ ਉਹ ਨਾ ਬਣੀਏ ਤੇ ਫਿਰ ਡਾਇਨਾਸੌਰ ਔਰ ਉਹ ਸਾਰਾ ਕੁਝ ਤਾਂ ਸਾਡਾ ਸਾਰਾ ਚਾਰੋਂ ਪਾਸੇ ਵਾਪਰ ਹੀ ਰਿਹਾ, ਸਾਰੀ ਡਿਸਟਰਕਸ਼ਨ ਹੋ ਹੀ ਰਹੀ ਹੈ ਤੇ ਅਸੀਂ ਡਾਇਨਾਸੌਰ ਤੋਂ ਵੱਡੇ ਵੱਡੇ ਜਾਨਵਰ ਹਾਂ। ਜੋ ਡਰਨਾ ਖੇਤ ਮਾਏ ਡਰਾਏ, ਇੱਕ ਦੂਜੇ ਨੂੰ ਡਰਾਉਂਦਾ ਹੀ ਹਾਂ। ਡਰਾਉਣ ਦੀਆਂ ਅੱਖਾਂ ਨੇ ਤੇਰੀਆਂ, ਉੱਚਾ ਬੋਲਣ ਦੇ ਬੋਲ ਨੇ ਤੇਰੇ ਕੋਲ,
ਦੂਜੇ ਨਾਲ ਨਫ਼ਰਤ ਕਰਕੇ ਉਹਨੂੰ ਮਾਫ ਨਾ ਕਰਨ ਦੇ ਔਰ ਉਹਦੇ ਨਾਲ ਈਰਖਾ ਔਰ ਬਦਲਾ ਲੈਣ ਦੀਆਂ ਕਚੀਚੀਆਂ ਵੱਟਣ ਵਾਲੇ ਦੰਦ ਨੇ ਤੇਰੇ ਕੋਲ। ਤੂੰ ਰੱਬ ਜੀ ਦੀ ਇਕਮਿਕਤਾ ਦਾ ਸਵਾਦ ਨਹੀਂ ਲੈ ਸਕਦਾ। ਪਾਖਿਆ ਪਾਓ ਪਾਰ ਦੀ ਬੋਲੀ ਤੇਰੇ ਕੋਲ ਨਹੀਂ ਹੈ। ਯੂ ਨੋ ਹਾਊ ਟੂ ਡੋਮੀਨੇਟ ਅਦਰਸ। ਤੇਰੇ ਕੋਲ ਮਿੱਠੀ ਬੋਲੀ ਨਹੀਂ ਹੈ। ਜਦੋਂ ਇਹ ਨਾ ਹੋਏ ਨਾ ਤਾਂ ਅਸੀਂ ਆਪ ਤੇ ਹੈਂਡੀਕੈਪ ਹਾਂ, ਦੂਜੇ ਨੂੰ ਵੀ ਹੈਂਡੀਕੈਪ ਸਮਝਦੇ ਹਾਂ ਅਤੇ ਐਕਸੈਪਟ ਨਹੀਂ ਕਰਦੇ ਹਾਂ। ਅੱਜ ਸਵੇਰੇ ਦੇ ਪ੍ਰੋਗਰਾਮ ਵਿੱਚ ਮੈਨੂੰ ਇੱਕ ਸਟੋਰੀ ਸਾਹਮਣੇ ਆਈ ਸੀ, ਉਹ ਮੈਂ ਤੁਹਾਡੇ ਨਾਲ ਸਾਂਝ ਕਰਨਾ ਚਾਹੁੰਦਾ। ਅਮਰੀਕਾ ਦੀ ਰੀਅਲ ਹੈਪਨਿੰਗ ਵੀਅਤਨਾਮ ਵਾਰ, ਔਰ ਵੀਅਤਨਾਮ ਵਾਰ ਦੇ ਵਿੱਚ ਅਮਰੀਕਾ ਦਾ ਇੱਕ ਨੌਜਵਾਨ, ਉਹਦਾ ਨਾਮ ਰੱਖ ਲਓ ਪੀਟਰ। ਪੀਟਰ ਵੀਅਤਨਾਮ ਵਾਰ ਤੋਂ ਨਿਊਯਾਰਕ ਰਹਿਣ ਵਾਲਾ, ਨਿਊਯਾਰਕ ਆਪਣੇ ਪੇਰੈਂਟਸ ਨੂੰ ਕਾਲ ਕਰਦਾ, ਮੈਂ ਵੀਅਤਨਾਮ ਵਾਰ ਤੋਂ ਕੈਲੀਫੋਰਨੀਆ ਆ ਗਿਆ ਹਾਂ ਵਾਪਸ। ਪੇਰੈਂਟਸ ਬੜੇ ਖੁਸ਼ ਹੋਏ, ਕੱਲ ਮੈਂ ਘਰ ਆ ਜਾਵਾਂਗਾ। ਆ ਜਾਵਾਂ? ਇੰਨੇ ਸਾਲਾਂ ਬਾਅਦ, ਵਾਰ ਤੋਂ ਬਾਅਦ ਤੂੰ ਜਿੰਦਾ ਬਚ ਕੇ ਗਿਆ, ਥੈਂਕ ਗॉड ਸਾਡਾ ਬੇਟਾ ਆ ਗਿਆ। ਕਮ ਔਨ, ਇਹ ਪੁੱਛਣ ਦੀ ਕੀ ਗੱਲ ਹੈ? ਤੇਰਾ ਆਪਣਾ ਘਰ ਹੈ, ਅਸੀਂ ਤੇਰੇ ਮਾਪਿਓ ਹਾਂ। ਉਹ ਕਹਿੰਦਾ ਮੈਂ ਤੁਹਾਨੂੰ ਨਾ ਫੋਨ ਇਸ ਕਰਕੇ ਨਹੀਂ ਕੀਤਾ ਕਿ ਵੀ ਮੈਂ ਆ ਸਕਦਾ ਕਿ ਨਹੀਂ, ਮੈਂ ਫੋਨ ਇਸ ਕਰਕੇ ਕੀਤਾ, ਮੇਰੇ ਨਾਲ ਨਾ ਮੇਰਾ ਇੱਕ ਫਰੈਂਡ ਹੈ, ਉਸਨੇ ਉੱਥੇ ਮੇਰੀ ਜਾਨ ਬਚਾਈ ਸੀ, ਪਰ ਜਾਨ ਬਚਾਉਣ ਵੇਲੇ ਗੋਲੀਆਂ ਲੱਗਣ ਦੇ ਕਾਰਨ ਉਹਦੀਆਂ ਦੋਨੋਂ ਟੰਗਾਂ ਕੱਟ ਗਈਆਂ। ਮੈਂ ਉਹਨੂੰ ਨਾਲ ਲੈ ਆਵਾਂ? Oh my dear mom, can you cook for him? We both will help him to have bath. We will help with dad to take him to the park and for shopping and for recreational purposes. Dad can handle his wheelchair. Should I bring him? Parents ਗੁੱਸੇ ਹੋ ਗਏ। ਕਿਹੜੇ ਅੰਗਾਂ ਨਾਲ ਗੁੱਸੇ ਹੋਏ? ਪੜ੍ਹਾਈ ਦੀ ਡਿਗਰੀ ਤੇ ਸਾਰਿਆਂ ਕੋਲ ਹੈ। ਪੇਰੈਂਟਸ ਗੁੱਸੇ ਹੋ ਕੇ ਉਸਨੂੰ ਕਹਿੰਦੇ ਨੋ ਨੋ ਨੋ, ਦਿਸ ਇਜ਼ ਨਾਟ ਹਸਪੀਟਲ, ਦਿਸ ਇਜ਼ ਨਾਟ ਨਰਸਿੰਗ ਹੋਮ, ਵਟ ਡੂ ਯੂ ਮੀਨ? ਇਫ ਯੂ ਹੈਵ ਟੂ ਕਮ, ਵੈਲਕਮ, ਬਟ ਡੋਂਟ ਬ੍ਰਿੰਗ ਯੂਰ ਫਰੈਂਡ। ਉਹ ਜਿੱਥੋਂ ਕਾਲ ਆਈ ਸੀ, ਪੇਰੈਂਟਸ ਨੇ ਲੱਭ ਕੇ ਨੈਕਸਟ ਡੇ ਉੱਥੇ ਪਹੁੰਚੇ ਤਾਂ ਉੱਥੇ ਉਹਨਾਂ ਦੇ ਬੇਟੇ ਦੀ ਡੈਡ ਬੋਡੀ ਪਈ ਸੀ, ਕਿਉਂਕਿ ਉਸਨੇ ਸੁਸਾਈਡ ਕਰ ਲਿਆ ਔਰ ਨੋਟ ਲਿਖਿਆ ਸੀ ਮੇਰੇ ਨਾਲ ਕੋਈ ਫਰੈਂਡ ਨਹੀਂ ਸੀ। ਤਾਂ ਡੈਡ ਬੋਡੀ ਦਾ ਕਫਨ ਜਦੋਂ ਉਹਨਾਂ ਨੇ ਚੁੱਕਿਆ ਤੇ ਉਹਨਾਂ ਦੇ ਬੇਟੇ ਦੀਆਂ ਦੋਨੋਂ ਟੰਗਾਂ ਕੱਟੀਆਂ ਹੋਈਆਂ ਸਨ। ਹੀ ਵਾਜ਼ ਜਸਟ ਟਰਾਈਂਗ ਟੂ ਫਾਈਂਡ ਆਊਟ ਮੇਰੇ ਪੇਰੈਂਟਸ ਮੇਰੇ ਨਾਲ ਡੀਲ ਕਿਸ ਤਰ੍ਹਾਂ ਕਰਨਗੇ। ਕਿ ਅਸੀਂ ਆਪਣਿਆਂ ਨਾਲ ਹੀ ਡੀਲ ਕਰਨਾ ਜਾਣਦੇ ਹਾਂ। ਜੇ ਉਹਦਾ ਮਿੱਤਰ ਹੈਂਡੀਕੈਪ ਹੋਇਆ ਹੈ ਤਾਂ ਪੇਰੈਂਟਸ ਨੇ ਸੁਰੱਖਿਅਤਾ ਨਾਲ ਮਨਾ ਕਰ ਦਿੱਤਾ, ਕਿਉਂਕਿ ਉਹਨਾਂ ਕੋਲ ਉਹ ਪੇਰੈਂਟਸ ਕੋਲ ਉਹ ਵਾਲੇ ਅੰਗ ਨਹੀਂ ਸਨ ਜਿਹੜੇ ਅੰਗਾਂ ਨੂੰ ਅੱਜ ਅਸੀਂ ਸ਼ਬਦ ਦੇ ਨਾਲ ਪੜ੍ਹ ਕੇ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ। ਦਿਸਾ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ, ਰੂਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗਾ ਤਾਏ, ਰੱਬ ਜੀ ਨਾਲ ਤੂੰ ਐਮਬਰੇਸ ਨਹੀਂ ਕਰ ਸਕਦਾ। ਰੱਬ ਜੀ ਕਿੱਥੇ ਨੇ? ਅੰਦਰ। ਤੂੰ ਆਪਣੇ ਆਪ ਨਾਲ ਨਹੀਂ ਮਿਲ ਸਕਦਾ। ਸਾਡੇ ਚੋਂ ਕਿਤਨੇ ਨੌਜਵਾਨਾਂ ਦਾ ਇੱਥੋਂ ਕਾਲਜ ਪਾਸ ਕਰਨ ਤੋਂ ਬਾਅਦ ਵਿਆਹ ਹੋ ਜਾਏਗਾ, ਪਰ ਵਿਆਹ ਤੋਂ ਬਾਅਦ ਅਸੀਂ ਮੁੰਡੇ ਜੇ ਹਾਂ ਤਾਂ ਕੁੜੀ ਨੂੰ ਕਹਾਂਗੇ ਜਾ ਜਾ ਮੈਂ ਤੈਨੂੰ ਜਾਣਦਾ, ਤੇ ਲੋਕੀ 50-50 ਸਾਲਾਂ ਬਾਅਦ ਵੀ ਆਪਣੀ ਵਾਈਫ ਨੂੰ ਕਹਿੰਦੇ ਨੇ ਜਾ ਜਾ ਮੈਂ ਤੈਨੂੰ ਜਾਣਦਾ, ਔਰ ਵਾਈਫ ਕਹਿੰਦੀ ਹੈ ਜਾਓ ਜਾਓ ਮੈਂ ਤੁਮਕੋ ਜਾਣਤੀ ਹੂੰ। ਪਰ ਸਾਧ ਸੰਗਤ ਜੀ, ਅਸੀਂ ਸਾਰੀ ਉਮਰ ਇੱਕ ਦੂਜੇ ਨੂੰ ਜਾਣਦੇ ਹਾਂ, ਸਾਰੀ ਦੁਨੀਆ ਨੂੰ ਜਾਣਦੇ ਹਾਂ, ਪਰ ਆਪਣੇ ਆਪ ਨੂੰ ਜਾਣ ਨਹੀਂ ਪਾਉਂਦੇ ਹਾਂ। ਆਪਣੇ ਬਾਰੇ ਕੋਈ ਨੌਲੇਜ ਹੀ ਨਹੀਂ ਰੱਖਦੇ ਹਾਂ। ਵੇਅਰ ਡੂ ਆਈ ਸਟੈਂਡ? ਆਪਣੇ ਆਪ ਨੂੰ ਮੈਂ ਕੋਸਮੈਟਿਕਸ ਲਗਾ ਕੇ ਬਿਊਟੀ ਪਾਰਲਰ 'ਤੇ ਤਾਂ ਜਾ ਸਕਦਾ ਹਾਂ, ਜਾ ਸਕਦੀ ਹਾਂ, ਪਰ ਸਤਿਗੁਰ ਜੀ ਦੇ ਜਿਮ ਅੰਦਰ, ਸਤਿਗੁਰ ਜੀ ਦੇ ਫਿਟਨੈਸ ਸੈਂਟਰ ਅੰਦਰ ਜਾ ਕੇ ਮੈਨੂੰ ਜਿਹੜੇ ਅੰਗ ਬਣਾਉਣੇ ਨੇ, ਅੱਜ ਪਟਿਆਲਾ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਖੋਜ ਕੀਤੀ ਜਾਂਦੀ ਹੈ, ਪੰਜਾਬੀ ਯੂਨੀਵਰਸਿਟੀ ਵਿੱਚ ਅਸੀਂ ਅੰਗ ਬਣਾਉਣਾ ਸਿੱਖ ਰਹੇ ਹਾਂ, ਜਿਸ ਦਾ ਨਾਂ ਇੰਗਲਿਸ਼ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਰੱਖ ਸਕਦੇ ਹਾਂ, ਜਿਸ ਦਾ ਨਾਂ
ਇਨਰ ਬਿਊਟੀ ਰੱਖ ਸਕਦੇ ਹਾਂ, ਜਿਸ ਦਾ ਨਾਂ ਨਿਊ ਬਰਥ ਰੱਖ ਸਕਦੇ ਹਾਂ, ਜਿਸ ਦਾ ਨਾਂ ਆਪਣੇ ਅੰਗ ਮੈਂ ਆਪ ਘੜਨੇ ਹਨ ਰੱਖ ਸਕਦੇ ਹਾਂ। ਹੁਣ ਕਹਿੰਦੇ ਹਨ ਤੂੰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈ ਪੈ ਕੇ ਚਰਨ। ਪੈ ਕੇ ਚਰਨ ਕੀ ਹੁੰਦਾ ਹੈ? ਲॉज ਆਫ ਨੇਚਰ ਦੇ ਮੁਤਾਬਕ ਆਪਣੇ ਪੈਰ ਬਣਾ। ਪੈ ਕੇ ਚਰਨ ਕਰ ਭਾਵ ਕੇ, ਭਾਵ ਦੇ ਹੱਥ ਹੋਣ, ਕਿਸੇ ਦਾ ਵਿਗਾੜ ਨਾ ਕਰ ਸਕਦੇ ਹੋ। ਇਹ ਪੈਨ ਨਾਲ ਕਿਸੇ ਦੀ ਰਿਪੋਰਟ ਨਾ ਖਰਾਬ ਕਰਨ, ਇਹ ਹੱਥ ਨਾ ਕਿਸੇ ਨੂੰ ਜ਼ੀਰੋ ਨਾ ਦੇਣ, ਇਹ ਹੱਥ ਕਿਸੇ ਦੀ ਫਾਂਸੀ ਨਾ ਲਿਖ ਸਕ, ਇਹ ਹੱਥ ਕਿਸੇ ਦਾ ਕੁਝ ਵਿਗਾੜ ਨਾ ਕਰ ਸਕਣ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਹਮੇਸ਼ਾ ਜਾਗਦੀਆਂ ਅੱਖਾਂ, ਅਲਰਟਨੈਸ, ਅਵੇਅਰਨੈਸ। ਨਾਨਕ ਕਹੈ ਸਿਆਣੀਆਂ ਏਮ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਰੱਬ ਮਿਲ ਜਾਂਦਾ ਹੈ। ਰੱਬ ਕਿਹੜਾ? ਆਪਣੇ ਆਪ ਨਾਲ ਇੰਟਰੋਡਕਸ਼ਨ ਨਹੀਂ ਹੋ ਜਾਂਦੀ, ਆਪਣੇ ਆਪ ਨਾਲ ਜੱਫੀ ਹੋ ਜਾਂਦੀ ਹੈ। ਮੈਂ ਤੇ ਆਪਣੇ ਆਪ ਨੂੰ प्यार ही नहीं करता। जो इंसान अपने आप को प्यार नहीं करता वो बात बात पे क्रोध करता है, अपना खून जलाता है, वो बात बात पे औरों की गलती की सजा अपने आप को देता है। साडी एंगर ਦੀਆਂ दो टेप्स ने, एक ਅਸੀਂ 1997 टी सीरीज़ ਦੇ लक्ष्मी फिल्म स्टूडियो ਦੇ ਅੰਦਰ ਕੀਤੀ ਸੀ, ਉਸ ਦਾ ਨਾਂ ਰੱਖਿਆ ਸੀ ਹਿੰਦੀ ਵਿੱਚ ਕ੍ਰੋਧ। ਇੱਕ ਅਸੀਂ 10-12 ਸਾਲ ਬਾਅਦ आई थिंक 2005 और 6 ਵਿੱਚ ਜਾਂ 8 ਵਿੱਚ ਕ੍ਰੋਧ ਕੀਤੀ, ਜਿਹਦੇ ਵਿੱਚ 26 ਕਾਈਂਡਸ ਆਫ ਐਂਗਰ ਨੂੰ ਡਿਸਕਸ ਕੀਤਾ ਸੀ। ਉਹ ਪੰਜਾਬੀ 'ਚ ਹੈ ਕ੍ਰੋਧ। ਉਹਨਾਂ ਪਾਸ ਦੁਆਸ ਨਾ ਪਿੱਟੀਆਂ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ। ਤਾਂ ਅਸੀਂ ਸਮਝਿਆ ਸੀ ਐਸੇ ਖਿਆਲਾਂ ਵਾਲਿਆਂ ਨਾਲ ਆਪਣੇ ਜੀਵਨ ਨਾ ਬਿਤਾ, ਮੀਨਸ ਐਸੇ ਖਿਆਲਾਂ ਨਾਲ ਨਾ ਰਿਹਾ ਕਰ ਜਿਨ੍ਹਾਂ ਦੇ ਨਾਲ ਤੈਨੂੰ ਅੰਦਰੋਂ ਕ੍ਰੋਧ ਚੰਡਾਲ ਸਤਾਏ। ਪਰ ਸਾਨੂੰ ਤੇ ਬਾਣਾ ਚਾਹੀਦਾ, ਕੋਈ ਸਕੂਟਰ ਗਲਤ ਚਲਾ ਜਾਏ, ਕੋਈ ਰਿਕਸ਼ਾ ਗਲਤ ਚਲਾ ਜਾਏ, ਕੋਈ ਪਾਰਕਿੰਗ ਗਲਤ ਕਰ ਜਾਏ, ਮੇਰੀ ਵਾਈਫ ਜਰਾ ਜਿਹਾ ਗਲਤ ਰੋਟੀ ਪਕਾ ਦੇਵੇ, ਸਾਨੂੰ ਤੇ ਗੱਲ ਤੇ ਬਹਾਨਾ ਚਾਹੀਦਾ ਹੈ। ਪਿਕਚਰ ਹਾਲ ਦੇ ਅੰਦਰ ਪਤੀ ਪਤਨੀ ਪਿਕਚਰ ਦੇਖ ਰਹੇ ਸੀ और अचानक लाइट चली गई, अफड़ा तफड़ी मच गई, बिल्कुल हनेरा, और सारे उठ के दौड़ के जान लगे। पत्नी दे पैर उत्ते किसी दा पैर पै गया, उसने छुटदियां ही गाल कड्डी। इतनी देर च लाइट जल गई। कोई अनजान मनुख सी, कहती है मैंने सोचा मेरे पति का पाँव है। ਜਿਹੜੇ ਸਾਡੇ ਨੇੜੇ ਰਹਿੰਦੇ ਨੇ ਉਹਨਾਂ ਨੂੰ ਮਾਫ ਨਹੀਂ ਕਰ ਸਕਦੇ ਆ। ਕਿਹੜੀ ਬੋਡੀ ਹੈ ਸਾਡੇ ਕੋਲ, ਕਿਹੜੇ ਅੰਗ ਨੇ ਸਾਡੇ ਕੋਲ, ਕਿਹੜੀ ਸੋਚ ਸਮਝ ਹੈ ਸਾਡੇ ਕੋਲ, ਕਿਹੜੀ ਡਿਗਰੀ ਹੈ ਸਾਡੇ ਕੋਲ, ਕਿਹੜੀ ਪੜ੍ਹਾਈ ਅਸੀਂ ਕੀਤੀ ਹੈ, ਕਿਹੜੀ ਪਰਫਿਊਮ ਅਸੀਂ ਲਗਾਉਂਦੇ ਹਾਂ, ਕਿਹੜਾ ਫੈਸ਼ਨ ਅਸੀਂ ਕਰਦੇ ਹਾਂ, ਕਿਹੜੇ ਬ੍ਰਾਂਡ ਨੇਮ ਦੇ ਕੱਪੜੇ ਅਸੀਂ ਪਾਉਂਦੇ ਹਾਂ, ਇਹਦੇ ਨਾਲ ਕੁਛ ਨਹੀਂ ਹੁੰਦਾ। ਕਿਹੜੇ ਧਰਮ ਦੇ ਆ, ਕਿਹੜੇ ਮਜ਼ਹਬ ਦੇ ਆ, ਇਹਦੇ ਨਾਲ ਕੁਛ ਨਹੀਂ ਹੁੰਦਾ। ਕੰਪੈਰੇਟਿਵ ਸਟੱਡੀ ਆਫ ਰਿਲੀਜਨਸ ਯੂਨੀਵਰਸਿਟੀਜ਼ ਵਿੱਚ ਕੀਤੀ ਜਾਂਦੀ ਹੈ। ਕੰਪੈਰੇਟਿਵ ਸਟੱਡੀ ਅੰਦਰ ਹੋ ਸਕਦਾ ਕੋਈ ਇਹ ਵੀ ਕਹਿੰਦਾ ਹੋਵੇ ਫਲਾਣਿਆਂ ਦਾ ਧਰਮ ਘਟੀਆ ਸਾਡਾ ਵਧੀਆ, ਕੋਈ ਕਹਿੰਦਾ ਨਹੀਂ ਸਾਡਾ ਘਟੀਆ ਉਹਨਾਂ ਦਾ ਵਧੀਆ। ਕੰਪੈਰੇਟਿਵ ਸਟੱਡੀ ਦੂਸਰੇ ਗ੍ਰੰਥ ਪੜ੍ਹ ਕੇ ਕਿਹਦੇ ਵਿੱਚ ਕੀ ਘਾਟ ਹੈ ਇਹ ਤੇ ਗੱਲ ਵੱਖਰੀ ਹੈ। ਪਰ ਕੀ ਅਸੀਂ ਕੰਪੈਰੇਟਿਵ ਸਟੱਡੀ ਕਰਕੇ ਅਧਿਆਤਮ ਇਹ ਸਿੱਖ ਸਕਦੇ ਹਾਂ ਕਿ ਹੋਰਨਾਂ ਦੇ ਮਜ਼ਹਬਾਂ ਵਿੱਚ ਵੀ ਕਿਹੜੀ ਚੰਗੀ ਗੱਲ ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਦੱਸੀ ਗਈ ਹੈ। Why cannot we discuss the positives being written in other ਗ੍ਰੰਥ? ਇਹਨੂੰ ਵੀ ਤਾਂ ਕੰਪੈਰੇਟਿਵ ਸਟੱਡੀ ਕਹਿ ਸਕਦੇ ਨੇ। ਨਾਨਕ ਕਹਿ ਸਿਆਣੀ ਹੈ। ਸਿਆਣੀ ਹੈ ਕੌਣ ਹੈ? ਮੇਰੀ ਮੱਤ ਨੂੰ ਕਹਿ ਰਹੇ ਨੇ। ਜਦੋਂ ਸਾਡਾ ਮਨ ਨਿਜ ਘਰ ਦੀ ਆਵਾਜ਼ ਸੁਣ ਕੇ ਸੱਚ ਦੀ ਗੱਲ ਦੱਸਦਾ ਹੈ, ਉਸ ਅਵਸਥਾ ਨੂੰ ਨਾਨਕ ਅਦਵੈਤ ਅਵਸਥਾ ਕਹਿੰਦੇ ਨੇ। ਔਰ ਮੇਰਾ ਮਨ ਚੜ੍ਹਦੀ ਕਲਾ ਦੀ ਮੱਤ ਲੈ ਕੇ ਨਾਨਕ ਮੇਰੀ ਮੱਤ ਨੂੰ ਕਹਿ ਰਿਹਾ, ਨਾਨਕ ਕਹਿ ਸਿਆਣੀ ਹੈ ਇਮ ਕੰਤ ਮਿਲਾਵਾ ਹੋਏ। ਇੰਝ ਅੰਦਰ ਦੇ ਰੱਬ ਜੀ ਦੇ ਨਾਲ ਮੇਲ ਮਿਲਾਪ ਹੋ ਜਾਂਦਾ ਹੈ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ। ਅੱਖਾਂ ਕਿਹੜੀਆਂ ਵਾਲੀਆਂ ਨਾਲ ਵੇਖਣਾ?
ਮੈਂ ਬੇਨਤੀ ਕਰਾਂਗਾ ਔਰ ਮੇਰਾ ਵੀਰ ਪੁਸ਼ਪਿੰਦਰ ਸਿੰਘ ਇਸ ਅਰੋਗ ਸਰੀਰ ਬਣਾਉਣ ਬਾਰੇ ਇੱਕ ਸੁੰਦਰ ਸੁਡੌਲ ਪਰਸਨੈਲਿਟੀ ਬਣਾਉਣ ਵਾਸਤੇ ਕੁਝ ਪੁਆਇੰਟਸ ਇਹ ਪੜ੍ਹੇਗਾ। ਮੈਂ ਵਿਚਕਾਰ ਇੰਟਰਪਟ ਕਰਕੇ ਜਿੱਥੇ ਬੋਲਣਾ ਹੋਏਗਾ ਬੋਲਾਂਗਾ। ਯੈਸ। ਅਰੋਗ ਸਰੀਰ ਦੇ ਅੰਗ। ਐਸਾ ਸੁਡੋਲ ਅਤੇ ਸੁੰਦਰ ਸਰੀਰ ਬਣਾਉਣਾ ਕਿ ਕਿਸੇ ਵੱਲੋਂ ਕੀਤੀ ਬੇਇੱਜ਼ਤੀ ਭਾਵ ਇਨਸਲਟ ਨੂੰ ਸਹਾਰ ਸਕੇ। ਅਸੀਂ ਜਦੋਂ ਜਿਮ ਵਿੱਚ ਜਾਂਦੇ ਹਾਂ ਤੇ ਅਸੀਂ ਆਪਣੇ ਡੋਲੇ, ਆਪਣੀ ਬਾਡੀ, ਆਪਣੀ ਛਾਤੀ ਔਰ ਸਾਰੇ ਐਟਰੀਬਿਊਟਸ ਵਾਸਤੇ ਮਿਹਨਤ ਕਰਦੇ ਹਾਂ। ਉੱਥੇ ਨਾਪਦੇ ਰਹਿੰਦੇ ਹਾਂ ਇੰਚੀ ਟੇਪ ਦੇ ਨਾਲ ਔਰ ਕਿਤਨੀ ਤਾਕਤ ਹੈ, ਕਿਤਨਾ ਵਜ਼ਨ ਚੁੱਕ ਸਕਦਾ ਔਰ ਕੈਸੀ ਬਾਡੀ ਬਣ ਗਈ ਹੈ, ਇਹ ਅਸੀਂ ਸਿੱਖਦੇ ਹਾਂ। ਲੇਕਿਨ ਹੁਣ ਅਸੀਂ ਆਪਣੀ ਐਸੇ ਵਾਲੀ ਬਾਡੀ ਬਣਾਵਾਂਗੇ ਕਿ ਮੇਰੀ ਬਾਡੀ ਇਤਨੀ ਸਟਰੋਂਗ ਹੋਵੇ, ਦੇਖਣ ਵਿੱਚ ਭਾਵੇਂ ਪਤਲਾ ਜਿਹਾ ਲੱਗੇ, ਲੇਕਿਨ ਮੈਂ ਕਿਸੇ ਦੀ ਵੱਲੋਂ ਕੀਤੀ ਹੋਈ ਇਨਸਲਟ ਨੂੰ ਸਹਾਰ ਸਕਾਂ। ਹਾਊ ਟੂ ਬੇਅਰ ਦਿਸ ਇਨਸਲਟ। ਸਰੀਰ ਦੀ ਭਾਸ਼ਾ ਯਾਨੀ ਕਿ ਬਾਡੀ ਲੈਂਗੁਏਜ ਦਾ ਇਜ਼ਹਾਰ ਨਿਰਵੈਰ, ਨਿਰਭੈ ਅਤੇ ਨਿਰਪੱਖ ਹੋਵੇ। ਇਹ ਬਾਡੀ ਬਣਾਉਣੀ ਹੈ ਹੁਣ ਅਸੀਂ। ਮੇਰੀ ਬਾਡੀ ਲੈਂਗੁਏਜ ਕੀ ਹੈ ਜੋ ਇਨਸਾਨ ਮੈਨੂੰ ਪਸੰਦ ਨਹੀਂ ਹੈ, ਮੈਂ ਨਜ਼ਰ ਹੀ ਉਹਦੇ ਵੱਲ ਤਿੱਖੀ ਕਰਦਾ, ਨਜ਼ਰਾਂ ਦੇ ਤੀਰ ਮਾਰਦਾ ਔਰ ਜੇ ਮੇਰਾ ਦਿਲ ਕਰੇ ਉਹਨੂੰ ਇਗਨੋਰ ਕਰਨਾ ਤਾਂ ਮੈਂ ਉਹਨੂੰ ਦੇਖਦਾ ਹੀ ਨਹੀਂ, ਭਾਵੇਂ ਉਹ ਸਾਹਮਣੇ ਵੀ ਆਏ ਦੇਖਦਾ ਹੀ ਨਹੀਂ। ਇਹ ਕੀ ਹੈ? ਮੇਰੀ ਵਿਤਕਰੇ ਭਰੀ ਨਜ਼ਰ। ਧਾਰਮਿਕ ਸਥਾਨ ਤੇ ਜਾ ਕੇ ਵੀ ਅਸੀਂ ਚਿੱਟੀ ਕਾਲੀ ਨੀਲੀ ਪੱਗ ਅਤੇ ਬੱਦੀ ਦਾੜੀ ਕੇ ਖੁੱਲੀ ਦਾੜੀ, ਮੇਰੇ ਧੜੇ ਦਾ ਹੈ ਕਿ ਨਹੀਂ ਹੈ, ਅਮੀਰ ਹੈ ਕਿ ਗਰੀਬ ਹੈ, ਹਿੰਦੂ ਹੈ ਕਿ ਮੁਸਲਮਾਨ ਹੈ, ਬਾਜ਼ਾਰ ਵਿੱਚ ਜਾਂਦੇ ਹਾਂ ਅਸੀਂ ਇਹ ਵਿਤਕਰੇ ਦੇ ਨਾਲ ਨਜ਼ਰਾਂ ਲੋਕਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ। ਇਹ ਨਜ਼ਰ ਔਰ ਇਹ ਤਿਉੜੀ। ਬਾਡੀ ਲੈਂਗੁਏਜ ਦਾ ਇਜ਼ਹਾਰ ਐਸਾ ਹੋਵੇ ਕਿ ਮੈਨੂੰ ਤੇਰੇ ਨਾਲ ਵੈਰ ਕੋਈ ਨਹੀਂ ਹੈ। ਸਾਡੇ ਅਨੇਕਾਂ ਵੈਰੀ ਹੋ ਸਕਦੇ ਨੇ, ਪੋਸੀਬਲ ਹੈ। ਵੀ ਕੈਨ ਨਾਟ stop them to think in their own way। पर मेरे मन अंदर तेरे बारे की पूरी दुनिया किसी बारे वैर ना होवे, मेरी ये बॉडी लैंग्वेज होवे और निरपै होवे, डर किसी को नहीं लगता। पै कहूं को देता न पैमाना तन बात तो की होएगा, की होएगा? कुछ भी नहीं होएगा। किड़ा आखिर आ चली है। लोग किसी अमीर ਨੂੰ देख के घबरा, वो आ गया, जल्दी जल्दी सोफा साफ कर दो, उसका ड्राइंग रूम साफ कर दो। वो ये क्या बना रहे हो? उनके लिए पता है कौन है, कितना बड़ा अमीर आदमी है। और जो गरीब आ जाए तो बॉडी लैंग्वेज होती है छेती उन्होंने टाल दे, मैं कह दे मैं पीछे अखबार पढ़ रहा बिजी हाँ, या उन्होंने टाइम पास करने वास्ते अखबार दे दे, मैनू उन्हें टाइम नहीं है। चढ़े सूरज को सलाम करते हैं। एक ये निरभै नहीं हाँ, निरपक्ष नहीं हाँ। मेरी बॉडी लैंग्वेज कैसी बन गई है साथ संगत जी, कॉरपोरेट सैक्टर जाके जॉब करना और बॉडी लैंग्वेज इस तरह तुसी देखना, जिहड़े अफसर होंदे ने ना, गर्दन आकड़ी रहती है, पर जे बड़े प्यार नाल इंज घुमा लवे, एक तो योगा भी हो गया, एक्सरसाइज भी हो गई और प्यार नाल देखिया गर्दन की आकड़ भी लथ गई तो मज़ा भी आ गया, फ्लैक्सीबिलिटी मिल गई। बॉडी लैंग्वेज इवें तू की आकड़ा फिरना बई, जिस कुर्सी ते बहना है, जेड़े बट्स तू ओदे ते रखना है सेम कुर्सी ते मैं वैसे बट्स रखना। तेरी कुर्सी शायद डलप दी है, मेरी कुर्सी फट्टे दी है। जिस जंगल पानी की थां ते तू जाना उत्थे मैं भी जाना, जिस तरह तू खाना मैं भी खाना। तेरे को डरना कादा? तेरी कुर्सी तो डरना या तेरे स्टेटस तो डरना? निर्भय, फियरलेस। जिन निर्भो, जिन हर निर्भो त्याजी, तिनका पौ सब गवासी। आई डोंट केयर। ये अवस्था बने ते निरपक्ष होवे, फेवर ना की जाए, पक्षपात ना होवे। बिना वितकरे तो हर किसी की फेवर कर सकी है, पर वितकरे की भावना किसी की फेवर करना और किसी की डिसफेवर करना, किसी जगह जिथे फेवर लोड़ है उसे ना करना और जिस जगह फेवर ना लोड़ है उसे करी जाना। नेक्स्ट, ਸਰੀਰ ਇਤਨਾ ਲਚੀਲਾ ਹੋਵੇ
ਕਿ ਬਿਨਾਂ ਵਿਤਕਰੇ ਤੋਂ ਹਰੇਕ ਨਾਲ ਮਿਲਵਰਤਨ ਕਰ ਸਕੇ। हाँ जी, अपना शरीर लचीला बनाना पेगा। मैं हर किसी ਵੱਲ ਝੁਕ ਸਕਦਾ ਹਾਂ। ਤੁਸੀਂ ਦੇਖਣਾ ਜਿਹੜੇ ਬਾਬੇ ਔਰ ਸੰਤ ਹੁੰਦੇ ਨੇ ਨਾ, ਉਹ ਕਿਸੇ ਵੱਲ ਨਹੀਂ ਝੁਕ ਪਾਉਂਦੇ ਨੇ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ। ਜਿਤਨਾ ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ, ਉਹਨਾਂ ਦੀ ਉਤਨੀ ਬੋਡੀ ਸਟਰੋਂਗ ਹੁੰਦੀ ਜਾਂਦੀ ਹੈ। किस पक्षों? स्टिफ के अंदर पत्थर झुक नहीं सकता है। डेड बॉडीज आकड़ी रहती हैं और इंसान झुक सकते हैं। तो झुकना से जानना है, जे नहीं जानता यू आर जस्ट लाइक डेड बॉडी। कदे अपनी भी गलती मान लिया कर यार, नो आई एम ऑलवेज मिस्टर राइट। ये बड़ा भारी भुलेखा है। इस भुलेखे नाल पता की होंदा है? ਮੈਨੂੰ ਅਮਰੀਕਨ ਇੱਕ ਸਟੋਰ ਦੀ ਗੱਲ ਯਾਦ ਆਈ ਹੈ। ਬੌਸ ਆਪਣੇ ਕਾਊਂਟਰ ਤੇ ਖੜਾ ਹੋਇਆ, ਕਸਟਮਰਸ ਨਾਲ ਡੀਲ ਕਰਨ ਵਾਲੇ ਨੂੰ ਕਹਿੰਦਾ ਹੈ, कस्टमर इज ऑलवेज राइट, कस्टमर से बहस मत किया करो, कस्टमर जो कहे मान लिया करो। कहता ओके सर। एक दिन एक कस्टमर आया, ਉਹਦੇ ਨਾਲ ਗੱਲ ਕਰ ਰਿਹਾ ਸੀ। ਇਹ ਬੌਸ ਆ ਕੇ ਉਹਨੂੰ ਪੁੱਛਦਾ, ਉਹ ਕੀ ਗੱਲ ਕਰ ਰਿਹਾ ਸੀ, ਤੂੰ ਉਹਦੇ ਨਾਲ ਬਹਿਸ ਕਿਉਂ ਕਰ ਰਿਹਾ ਸੀ, ਤੈਨੂੰ ਸਮਝਾਇਆ ਕਸਟਮਰ ਇਜ਼ ਆਲਵੇਜ਼ ਰਾਈਟ। ਕਹਿੰਦਾ ਹਾਂ, ਉਹ ਕਹਿ ਰਿਹਾ ਸੀ ਤੇਰਾ ਜਿਹੜਾ ਬੌਸ ਹੈ ਮੂਰਖ ਹੈ, ਉੱਲੂ ਹੈ, ਐਂਡ ਹੀ ਇਜ਼ ਰਾਈਟ। ਡੋਂਟ ਟਰਾਈ ਟੂ ਜਸਟੀਫਾਈ ਦੈਟ ਯੂ ਆਰ ਆਲਵੇਜ਼ ਰਾਈਟ। ਇਹਨਾਂ ਝੁਕਣਾ, ਇਤਨੀ ਫਲੈਕਸੀਬਿਲਿਟੀ ਸਿੱਖ। ਓਕੇ ਠੀਕ ਹੈ ਯਾਰ, ਜੇ ਫਲੈਕਸੀਬਿਲਿਟੀ ਹੋ ਜਾਏ ਨਾ ਕਿ ਮੈਂ ਗਲਤੀ ਮੰਨ ਸਕਦਾ ਹਾਂ, ਤਾਂ ਫਿਰ ਇੱਕ ਹੋਰ ਜਾਂਚ ਆ ਜਾਂਦੀ ਹੈ, ਮੇਰੀ ਗਲਤੀ ਨਾ ਹੋਵੇ ਤਾਂ ਵੀ ਮੈਂ ਗਲਤੀ ਮੰਨ ਸਕਣਾ ਹਾਂ। ਉਹ ਕੀ ਵਿਗੜ ਜਾਏਗਾ? ਗਲਤੀ ਹੋਵੇ ਤਾਂ ਛੇਤੀ ਮੰਨ ਲੈਣ ਨਾਲ ਤੇ ਪੌੜਾ ਮੁੱਕ ਹੀ ਜਾਂਦਾ ਹੈ, ਪਰ ਗਲਤੀ ਨਾ ਵੀ ਹੋਵੇ ਤਾਂ ਵੀ ਮੈਂ ਮੰਨਣ ਨੂੰ ਤਿਆਰ ਹਾਂ। ਦੈਟ ਇਜ਼ ਬਿਗ ਡੀਲ। ਲੇਕਿਨ ਅਸੀਂ ਤੇ ਗਲਤੀ ਹੀ ਨਹੀਂ ਮੰਨਦੇ ਹਾਂ ਆਪਣੀ। हर वेले मिस्टर राइट और मिसिज राइट ही मनते हैं। यस, ਸਰੀਰ ਭਾਵੇਂ ਮੋਟਾ ਹੋਵੇ ਜਾਂ ਪਤਲਾ, ਪਰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੇ। ਇਹਨੂੰ ਮਾਈਟੀ ਖਾਲਸਾ ਕਹਿੰਦੇ ਨੇ ਕਿ ਮੈਂ ਜ਼ਿੰਦਗੀ ਵਿੱਚ ਕੋਈ ਮੁਸ਼ਕਲਾਂ ਆਉਣ। ਨੌਜਵਾਨ ਮੋਸਟਲੀ ਕਾਲਜਿਸ ਵਿੱਚ ਕੀ ਹੁੰਦਾ, ਮੈਨੂੰ ਕੁਐਸਚਨ ਕਰਦੇ ਨੇ, वीर जी मैं मेडिकल कर रही हूँ, अगर मेरा फाइनल एग्ज़ाम में नंबर अच्छे ना आए और मैं डॉक्टर ना बन सकी तो मेरा रिश्ता टूट जाएगा। वीर जी मैं क्या करूँ? मैंने क्या यू वांट कि तेरे अंदर क्रिएटिविटी दे केमिकल्स पैदा हो। आई थिंक जबलपुर वी वर डूइंग दिस सेमिनार। यू वांट कि तेरे अंदर कर्ता पुरख वाले क्रिएटिव पॉजिटिव कैमिकल्स पैदा हो, तेनों इस रिडल दे, इस अफसोस, इस प्रॉब्लम का सोल्यूशन मिल जाए। तो तुम पता क्या करो, मेरे को एक क्वेश्चन का आंसर करो, डॉक्टर क्यों बनना है? कहती मरीजों को ठीक करने के लिए, लोगों का भला करने के लिए। मैं क्या अच्छा, तो फिर ना तुम ऐसे सोच लो, मैं एग्जाम दूंगी और एग्जाम में फेल होगी तो कम से कम नर्स बन जाऊंगी, कंपाउंडर बन जाऊंगी। वो भी यही काम करते हैं, मरीज का भला ही करते हैं। बाद में उस बच्ची का पता लगा, शी गॉट गुड मार्क्स बिकॉज मेंटली शी वाज चार्ज्ड, शी वाज हाई ड्रग खाण नाल नहीं होंदे ने, हाई शराबा पीण नाल नहीं होंदे ने, ਇਹਦੇ ਨਾਲ नहीं होंदे ने हाई। कोई मुंडा मन मोटरसाइकिल ते घुमा के साडे नाल रोके ते ऐश करो के डांस करा दिंदा, ਇਹਦੇ ਨਾਲ नहीं हाई होंदे ने। हाई होंदे ने क्रिएटिव थिंकिंग दे नाल, पॉजिटिव चढ़दी कला दी सोच दे नाल। यस, ਸਰੀਰ ਇਤਨਾ ਕੋਮਲ ਹੋਵੇ ਕਿ ਕਿਸੇ ਨੂੰ ਦਬਾ ਨਾ ਸਕੇ। नो डोमिनेशन। अब असी सोचिए कि फर्ज करो मैं पत्थर उत्ते अपनी उंगल जोर दी दबावां तो मेरी उंगल दर्द होएगी ना, हो सकता मेरी हड्डी भी टूट जाए, क्योंकि मैं पत्थर तो कमजोर हाँ। पत्थर इज सॉलिड रॉक एंड मैं हार्ड जाऊंगा एक कोमल जा इंसान। इतना कोमल शरीर बनाइए कि मैं किसी को डोमिनेट कर ही ना सका।
be it my नौकर, be it my driver, be it my wife, be it my husband, दबा ही ना सका। इतनी कोमलता हो गई। यस, पति अद्धी रात नूं चीक मार के उठता है। पत्नी पूछती है की होया? कहता मैं मर जाऊंगा। कहती क्यों? हाय मरण तुहाडे दुश्मन। कहता मैं मर जाऊंगा। कहती तुसी हुने जवानी दे दिन तुसी मरना 80-90-100 साल बाद, इन्नी जल्दी क्यों कहते हो? कहता जे चाहनी है कि मैं छेती ना मरा, अपना ये भारा पैर मेरे पैर तो चुक ले। इन्ना भी भारा नहीं होना चाहिए। बी सो सॉफ्ट, बी कोमल। ਜਿਹੜੇ ਪਤੀ ਪਤਨੀ ਨੂੰ ਡੋਮੀਨੇਟ ਕਰਦੇ ਨੇ, ਉਹ ਜਦੋਂ 9 ਵਜੇ ਕੰਮ ਤੇ ਜਾਂਦੇ ਨੇ, ਪਤਨੀ ਬਾਅਦ ਵਿੱਚ ਬੱਚਿਆਂ ਨੂੰ ਕੀ ਕਹਿ ਰਹੀ ਹੁੰਦੀ ਹੈ? ਸ਼ੁਕਰ ਹੈ ਤੇਰਾ ਪਿਓ ਭੂਤ ਚਮੜਿਆ ਹੋਇਆ ਸੀ ਟੱਲਿਆ। ਕਿਉਂ? ਡੋਮੀਨੇਟਸ। ਇਹ ਵਾਲੀ ਸ਼ਖਸੀਅਤ ਸਾਨੂੰ ਕੌਣ ਪੜਾਏਗਾ? ਕਿਹੜੀ ਯੂਨੀਵਰਸਿਟੀ ਹੈ, ਕਿਹੜਾ ਕਾਲਜ ਹੈ? ਇਹ ਧਰਮ ਪੜਾਉਂਦਾ ਹੈ। ਕਿਸੇ ਨੂੰ ਨਾ ਡਰਾਇਆ ਕਰ, ਕਿਸੇ ਨੂੰ ਨਾ ਧਮਕਾਇਆ ਕਰ, ਕਿਸੇ ਨੂੰ ਵੀ ਡੋਮੀਨੇਟ ਨਾ ਕਰਿਆ ਕਰ। ਵਿਆਹ ਸ਼ਾਦੀ ਇੱਕ ਬਹੁਤ ਕੀਮਤੀ ਮੈਰਿਜ ਇੰਸਟੀਟਿਊਸ਼ਨ ਇਨਸਾਨ ਨੇ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਨਿਕਲ ਕੇ ਬਣਾਇਆ ਸੀ। ਅੱਜ ਵਿਆਹ ਸ਼ਾਦੀ ਦਾ ਇੰਸਟੀਟਿਊਸ਼ਨ ਜੇਲ੍ਹ ਖਾਨਾ ਬਣ ਗਿਆ ਕਿ ਨਹੀਂ? ਸੇ ਯੈਸ ਔਰ नो? ਜੇਲ੍ਹ ਖਾਨਾ ਬਣ ਗਿਆ। जे जेल खाना बन गया है तो कॉलेज के स्टूडेंट्स इस तो इतना घबरा गए ने, इतना डर गए ने, अब रिलेशनशिप में रहना चाहिए और बाकी बस कोई जिम्मेवारी नहीं लेनी चाहिए। डरपोक पढ़े लिखे नौजवान, सारी दुनिया में नौजवान MA PhDs कर रहे हैं और कमजोर इतने हैं शादी की जिम्मेवारी उठाने को तैयार नहीं है। अगर तुम्हारे मम्मी पापा ने जिम्मेवारी ना उठाई होती तो तुम पैदा ही ना होते इस धरती पे। कैसी पढ़ाई की है, किताबा फरोलियां। दिस इज कॉल्ड किताबा फरोलियां लाइक चूहा। चूहा भी सारी रात किताबें पढ़ता है, कुतरता है, खाता नहीं है, हंडाता नहीं है, पढ़ना उसको आता नहीं है। वो पढ़ने वाली आंखें इंसान के पास भी नहीं है। दिस है, सुनी है, जानी है, सा होना पाया जाए जी। ਸਰੀਰ ਦਾ ਰਾਗ ਐਸਾ ਵਜਾਉਣਾ ਕਿ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਸੁਰ ਅਤੇ ਤਾਲ ਮਿਲਾ ਸਕੇ। यस, आज दुनिया म्यूजिक की गल करती है, म्यूजिक दिस एंड दैट, फन होता है, ये होता है, वो होता है। दरअसल अपनी बॉडी का एक म्यूजिक ऐसा होना चाहिए, एक ऐसा तराना ये कढ़ सकीए, एक ऐसा राग ये कढ़ सकीए, एक ऐसिया वाइब्रेशनस कढ़ सकीए कि मैं हर उम्र के वाले नाल बैठ सकता होवां। साडे बुजुर्ग अज नौजवानों नाल नहीं बैठ सकते ने, इस करके हर गल ते नौजवानों नूं क्रिटिसाइज कर देंदे ने। घरां च बैठे बुढ़ियां नूं तुसीं देखो, ਉਹ ਜ਼ਮਾਨਾ बदल गया है, नौजवानों ਨੂੰ कोई अक्ल नहीं है, नौजवान इज्जत नहीं करते, नौजवानों ਨੂੰ कुछ समझ नहीं आती। ਇਹ ਉਹਨਾਂ ਦੀ बॉडी चों क्रांज ਦੀ ਧੁੰਨ निकलती रहती है। ऑलवेज रिग्रेट्स, क्योंकि जो उन्होंने समाज क्रिएट किया है, नौजवान उसे समाज की बाई प्रोडक्ट है। हर किसी के शूच में पैर पा सकां, ऐसियां अखां होण कि मैनू ये वालियां अखां तो इलावा वो इनसाइट वालियां अखां दे नाल देखना आंदा होवे। विण करना सुनना, मेरे कन ना भी होण तां भी मैं इशारे नूं ही सुन के समझ जावां। विण बोलियां सब कुछ जानदा, रब बारे कहते ने मैं भी बिना बोलियां इंटेंशनस नूं समझ सकां, पॉजिटिव इंटेंशनस नूं।
ਜੋ ਨਹੀਂ ਕਿਹਾ ਗਿਆ, ਜੋ ਸੁਰਾਂ ਦੇ ਪਿੱਛੇ ਰਾਗ ਹੈ ਉਹ, ਤੇ ਜੋ ਅੱਖਰਾਂ ਦੇ ਪਿੱਛੇ ਮੈਸੇਜ ਹੈ ਉਹ ਵੀ ਮੈਂ ਸੁਣ ਪੜ ਸਕਾਂ। ਪੈਰਾਂ ਬਾਝੋਂ ਚੱਲਣਾ, ਮੇਰੇ ਪੈਰ ਨਾ ਵੀ ਹੋਣ ਤਾਂ ਮੈਨੂੰ ਸਿੱਧੇ ਪਾਸੇ ਜਾਣਾ ਆਂਦਾ ਹੋਵੇ। ਮੈਨੂੰ ਉਹ ਵਾਲਾ ਡਾਂਸ ਨਾ ਆਂਦਾ ਹੋਵੇ ਮੁੰਨੀ ਬਦਨਾਮ ਹੋਈ, ਮੈਨੂੰ ਉਹ डांस ना आंदा होवे शीला की जवानी वाला। अनारकली चली अपने महबूब की गली है, केड़ा गाना है? ऐसे डांस और ऐसे गाने ये मैनू ना आते होण। भांगड़ा पंजाब दा कल्चर है, गुरमत दा कल्चर नहीं है। पैरां बाजो चलना, विण हत्था करना, मेरे ए हत्थ किसी काम दे नहीं जे किसी दा बिगाड़ करते ने, पर अपने हत्थां नाल दूजियां दा भला करना, विच दुनिया सेव कमाई है सीखना। कल किसी ने मैनू पूछया सी, वीर जी तुसी गल गल ते अपने लैक्चरस विच कहते हो मन की मत दी, मन दी नहीं मननी चाहिए, रब जी दी धर्म दी मननी चाहिए है, ते फिर नाल ही कहते हो दोनों गल्लां साडे अंदर ने, अंदरों रब जी दी आवाज़ भी आती है ते मन की मत दी नकम्मी गल आती है। वीर जी तुसी असी हाउ टू डिफरेंशिएट कि मेरे अंदर से जो आवाज़ आ रही है वो भगवान जी की आवाज़ है, मेरी ज़मीर की आवाज़ है, मेरी विल, मेरी रूह, मेरी कॉन्शियस की आवाज़ है, या मेरे मन की आवाज़ है, मन की मत की आवाज़ है। इहदा कंपैरिजन करके निखेड़ा किवें कर सकीए, उन्होंने डिवाइन इंटलैक्ट कहते हैं, विवेक बुद्धि कहते हैं। तो मैं इहदी सांझ करदा, एग्जाम्पल दिता सी, फॉर एग्जाम्पल मैं अपने घरों बाहर निकलिया, अज मैनू कित्थे डिग्री मिलनी सी, या अज कोई मेरी बिजनेस डील सी, या अज मेरी प्रमोशन होनी सी, या मेरे आज प्रोजेक्ट कंप्लीट होना सी, मैनू अपने ऑफिस 10 o'clock पहुँचना है। पर जब मैं बड़े टाइम ते अपने घरों बाहर निकलिया अपने गोल ते पहुँचने वास्ते, रास्ते में एक माता जी मेरे को मिल गए और वो बोल रहे थे कोई सड़क पार करा दे या मेरे मुंह में एक गिलास पानी डाल दे, मुझे सांस चढ़ रही है, मेरे घर तक बाजू पकड़ के पहुंचा दे। उस वेले जे मैनू यह ख्याल आए अब ऐसे रास्ते में बथेरी माता मिलती रहेंगी, तो मन की मत है, और मैं अपनी कार तो उतर के अपने कीमती काम नू छड़ के वो माता की सेवा लग जा। विण हत्था करना वाली खेड समझ आई। जदों असी दूजियां वास्ते कुछ करन लगदे हैं ना, वो वाली जिहड़ी अंदरों आवाज़ आती है ना, वो कॉमन होती है, वो रब जी दी होती है, वो सतगुर दी होती है, वो रूह दी आत्मा दी होती है। वरना जिहड़ी गल सानू नैगेटिविटी वल जाए, चंगा करन तो रोके, उसको मन की मत बोलते हैं। जमा वाली अवर दी, अवरा दी, आन दी, जम बुद्धि दी मत बोलते हैं। जीपे बाजो बोलना, जेकर मेरा दिल करे कि मैं तैनू गाल कड्डा, इहदा मतलब मैनू दिल ते कर रहा पर मैं कड नहीं रहा, बिना बोलिया हो गया। धर्म की कचहरी में पकड़े गए, पर अंदरों ख्याल ही पैदा ना होवे जीभ नाल अपना गंद बोलन ते। पर गुरु पातशाह कहते ने जीभ है बाजो बोलना, तेरी जीभ ऐसी होवे कि तू ना भी बोले ना, तू इंज करे तो अगला समझ जाए पानी पीना है, पर बिना बोलिया तेरा इजहार ऐसा होवे कि अगला तैनू समझ सके। लेकिन अगला तेरी एक गाल कड्डे, तुझे दो कड्डे, तो ऐसी जीभ नहीं चाहिए। रसना जपे ना नाम तिल तिल कर कट्टी है, फिर बेकार है। रब दा नाम लैण तो बाद भी तू लोकां नाल लड़े, कम्युनल हेट्रेड करें, वितकरा करें, नफरत करें, निंदा करें, तो ये जीव नाल तू हर हर करें नित कपट कमावे कीता है। हिरदा शुद्ध ना होई, हिरदे शुद्ध दी जीव कुछ होर होंदी है।
ਇਉਂ ਜੀਵਤ ਮਰਨਾ। ਜੇਕਰ ਇਸ ਤਰੀਕੇ ਦੇ ਅੰਗ ਪ੍ਰਾਪਤ ਕਰ ਲਈਏ ਨਾ ਕਿ ਅੱਖੀ ਬਾਝੋਂ ਵੇਖਣਾ, ਐਸੀਆਂ ਅੱਖਾਂ ਪ੍ਰਾਪਤ ਕਰ ਲੈਣੀਆਂ ਇਨਰ ਇਨਸਾਈਟ ਦੀਆਂ, ਉਸ ਦਾ ਨਾਂ ਤੀਸਰਾ ਨੇਤਰ ਰੱਖ ਲਓ, ਸਿਕਸਥ ਸੈਂਸ ਰੱਖ ਲਓ, त्रिलोचन रख लवो, तीजी अख का खुलना या सिक्स्थ सेंस का खुलना रख लवो। विण कन्ना सुनना, ऐसे वाले कन प्राप्त हो जान और पैरा ऐसे पैर मिल जान और हाथ मिल जान। जीभे बाजू बोलना, इउं जीवत मरना, इस तरह इस पक्षों मरना सीखना है। सो सारी दुनिया दी यूनिवर्सिटीज़ और कॉलेजेस पढ़ाई कराते हैं कि जीना कैसे है, बट ज्यों ज्यों असी पढ़ गए पल पल वर्ल्ड वार शुरू हो गई। नाउ दिस इज थर्ड वर्ल्ड वार, और थर्ड वर्ल्ड वार कदी नहीं होएगी क्योंकि हर पल शुरू हो चुकी है। साडी सारियां दी चारों पासे वर्ल्ड वार चल ही रही है। इसका नाम थर्ड वर्ल्ड वार रखोगे कि एंड ऑफ द वर्ल्ड रखोगे। इस दे नाल जिहड़ा हो गया ना, पता लग रहा है कि असी पढ़ाइयां करके भी जीना नहीं सीखे। पढ़ते इस करके अगे जीना किस तरह है। धर्म कहता तू अध्यात्म पढ़ाई का सुभाव इंज बना ला कि मरना किस तरह है। मैं अपनी डिग्री छोड़ सकता। सो पहला पॉइंट मैं लर्न किया, भुपिंदर सिंह तो सिविल इंजीनियर है, सिविल इंजीनियरिंग दे विच ब्रिजिज बनाए जाते हैं, सड़कां बनाई जाती एक टाउन तो दूजे टाउन। चल छड़, वैन आई वॉज 36 आई गॉट रिटायरमेंट। मैं रिटायरमेंट लै ली जदों मैं 36 का सी। अज मैं 54 कंप्लीट कर गया। लेकिन जदों 36 का सी तो मैं सोचा हुण इंजीनियरिंग को छोड़ो, अब लोगों के दिल से दिल की सड़कें बनानी है। अब लोगों के हारमोनी बनाने के लिए, हारमोनियस लाइफ फैमिली की बनाने के लिए दिल से दिलों के ब्रिजेस बनाने हैं। तो असीं ये वाला काम शुरू किया है एंड आई थिंक दैट इज एक्नॉलेज्ड। ताई तो तुहाडे इन्ने वड्डे अदारे विच सानू अज चांस मिल गया। वी डू नॉट क्वालीफाई अदरवाइज। जीवत मरना सीखिए। मैं अपनी अमीरी दी आकड़ छड्ड सकदा हाँ, मैं अपनी उच्ची जात छड्ड सकदा हाँ। पता किवें छड्डीदा है? मैं उच्ची कुर्सी ते हाँ, पर चपड़ासी ने मैं कहो भैया इधर आओ, क्या हाल है, आज उदास लग रहे हो। मैं उन्होंने ये हुक्म ना देना, अबे पानी नहीं लाया, मेज साफ नहीं किया, क्या देख रहा है, कैसे मुंह बनाया हुआ है। इसके बदले भैया इधर आओ, क्या नाम है, अशोक, अशोक भैया इधर आओ, क्या हुआ, घर में माँ बीमार है क्या? अरे ये मेरा ऑफिस का काम तो सारी उम्र होता रहेगा, मैं तुम्हारे साथ चल लूं, आपकी मां को हॉस्पिटल ले चल ले। क्यों जीवत मरना। काश असी मंदिर मस्जिद गुरुद्वारे ते चलाते हैं, संगमरमर लगाते हैं, सोने लगाते हैं, लेकिन असी कदे भी उत्थे रहन वाले रागी जी, ज्ञानी जी, भाई जी, सेवादार जी, उत्थे दे प्रीचर्स दा असी हाल चाल कदे नहीं पुछया। तुहाडे बच्चे पढ़ते किस तरह ने, तुहाडी वोटी पढ़ी भी है कि नहीं, तुहाडी लाइफ इंश्योरेंस है भी कि नहीं, तुसीं बीमार हो जाते दवाई लैंदे कित्थों हो। जीवत मरना आ सकता है जदों असी दूजा लेट हो जाए तो उहदे लेट होण ते उसनूं घूरियां ना वट्टीए, उसनूं सज़ा ना दईए। ब्रादर जीवत मरना आप सीखिए कि तू लेट आया तो तेरा कोई कारण होएगा। हाउ आई कैन हेल्प यू। अपनी कैपेसिटी दा बेस्ट यूज करिए, क्रिएटिव, हेल्पिंग अदर्स। इउं जीवत मरना। नानक हुक्म पछाण के तो खसम है मिलना। हुक्म है पै है उस नियम दे अधीन रहना। पै डज नॉट मीन डरना, डर दी रब रब करदी वाला डर नहीं। सारी दुनिया ने धर्म पढ़ाया, लोगों को डरा डरा के ऐसे करोगे ये हो जाएगा, ऐसे करोगे मर जाओगे, मरने के बाद नरक जाओगे, और रास्ते में जम तुमको घसीट के ले जाएगा, फिर तुमको गर्म कढ़ाई में डाल के खा जाएगा। इसलिए भगवान का नाम लिया करो, डरा के नहीं। गुरमत कहती है भाख्या प्याओ अपार प्यार दी बोली दे नाल। So there is no need.
ਅਸੀਂ ਕੁਝ ਅਚੀਵ ਨਹੀਂ ਕਰਨਾ ਹੈ। ਮੈਂ ਆਪਣੇ ਆਪ ਨੂੰ ਅਚੀਵ ਕਰ ਲਵਾਂ, ਮਨ ਜੀਤੇ ਜਗਜੀਤ ਕਰ ਲਾਂ, ਦੈਟ ਇਜ਼ ਦ ਟਾਸਕ ਆਫ ਦ ਹਿਊਮਨ ਬੀਇੰਗਸ। ਦੈਟ ਇਜ਼ ਵੀ ਹੈਵ ਟੂ ਮੇਕ ਮੇਰੀ ਦੁਰਲਭ ਦੇ। ਇਹ ਮੇਰੇ ਹੱਥ ਪੈਰ ਮੇਰੇ ਮਾਪਿਓ ਨੇ ਬਣਾਏ ਨੇ, ਪਰ ਇਹਦੇ ਅੰਦਰ ਸੋਚਣੀ ਵਾਲਾ ਇੱਕ ਹੱਥ ਮੈਨੂੰ ਕ੍ਰੀਏਟ ਕਰਨਾ ਹੈ। ਇਹ ਅੱਖਾਂ ਦੇ ਪਿੱਛੇ ਸੋਚਣੀ ਵਾਲਾ ਇੱਕ ਮਨ ਮੈਨੂੰ ਕ੍ਰੀਏਟ ਕਰਨਾ ਹੈ। ਇਹਨਾਂ ਦੰਦਾਂ ਦੇ ਪਿੱਛੇ ਕਰੜਾ ਸਾਰ ਕਿ ਮੈਂ ਕਿਸੇ ਨੂੰ ਗਾਲ ਵੀ ਨਾ ਕੱਢਾਂ ਅਤੇ ਔਖਿਆਈਆਂ ਨੂੰ ਚੱਬ ਕੇ ਖਾ ਸਕਦਾ ਹੋਵਾਂ। ਕਿਤਨੇ ਵਿਕਾਰਾਂ ਨੂੰ ਮੈਂ ਚੱਬ ਕੇ ਖਾ ਜਾ, ਉਹਨੂੰ ਉਸ ਪੌੜੀ 'ਚ ਕਹਿੰਦੇ ਨੇ ਕਿਤੇ ਖੱਪ ਟੁੱਟੇ ਬੇਕਾਰ। ਕਿਤਨੇ ਵਿਕਾਰਾਂ ਦੇ ਖਿਆਲ ਆਉਂਦੇ ਨੇ ਪਰ ਖੱਪ ਖੱਪ ਕੇ ਟੁੱਟ ਜਾਂਦੇ ਨੇ। ਕੱਚੇ ਚਨੇ ਦੀ ਤਰ੍ਹਾਂ ਚਬਾ ਜਾਈਏ। ਸੁਖ ਦੁੱਖ ਦੋਨੋਂ ਸਮ ਕਰ ਜਾਣਾ ਹੈ। ਤਜੇ ਮਾਨ ਅਪਮਾਨਾਂ ਵਾਲੀ ਇੱਕ ਅਵਸਥਾ ਬਣਾ ਸਕਣੀ। ਹੁਕਮ ਵਿੱਚ ਰਹਿਣਾ ਭੈ ਵਿੱਚ ਰਹਿਣਾ ਕਹਿਲਾਉਂਦਾ ਹੈ, ਅਧੀਨ ਰਹਿਣਾ ਕਹਿਲਾਉਂਦਾ ਹੈ। ਕਿਦੇ ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗॉड। ਸਾਰੀ ਦੁਨੀਆ ਵਿੱਚ ਜਿਹੜੇ ਕੁਦਰਤ ਦੇ ਨਿਯਮ ਵਾਪਰ ਰਹੇ ਨੇ, ਉਹਨਾਂ ਨਿਯਮਾਂ ਦੇ ਅਧੀਨ ਰਹਿ ਕੇ ਆਪਣੀ ਬੋਡੀ ਨੂੰ ਕੜਨਾ, ਚਿਜ਼ਲਿੰਗ ਕਰਨਾ। ਜਿਸ ਲੈਵਲ ਤੇ ਹਾਂ ਨਾ, ਇਸ ਲੈਵਲ ਤੋਂ ਐਲੀਵੇਟ ਹੋ ਕੇ ਉੱਪਰ ਹੋਣਾ। ਜਿਸ ਆਸਨ ਤੇ ਇਸ ਆਸਨ ਤੋਂ ਉੱਪਰ ਹੋਣਾ, ਉਹਨੂੰ ਕਹਿੰਦੇ ਨੇ ਉਪ ਆਸਨ। ਦੈਟ ਇਜ਼ ਕਾਲਡ ਉਪਾਸਨਾ। ਉਪਾਸਨਾ does not mean you have to worship something, you have to worship any pilgrimage। ਆਪਣੇ ਲੈਵਲ ਤੋਂ ਉੱਪਰ ਹੋਣਾ, ਆਪਣੀ ਸ਼ਖਸੀਅਤ ਨੂੰ ਉਭਾਰਨਾ, ਭੈ ਵਿੱਚ ਅਧੀਨ ਨਿਯਮ ਵਿੱਚ ਰਹਿਣਾ ਤੇ ਆਪਣਾ ਸਰੀਰ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। then you can meet your God। God ਕਿੱਥੇ? ਅੰਦਰ। ਤਾਂ ਤੂੰ ਆਪਣੇ ਆਪ ਨੂੰ ਪਛਾਣ ਸਕੇਗਾ। ਆਪਣੇ ਆਪ ਨੂੰ ਪਛਾਣੇਗਾ ਤਾਂ ਆਪਣੇ ਸਾਰੇ ਤੇਰੇ ਅੰਗ ਤੂੰ ਫਿਕਸ ਅਪ ਕਰੇਗਾ। ਮੈਨੂੰ ਕਿਹਾ ਗਿਆ ਸੀ ਕਿ ਜਿਸ ਤਰ੍ਹਾਂ ਸਾਡੇ ਸੈਮੀਨਾਰਸ, ਫੋਰ ਐਗਜ਼ਾਮਪਲ ਸੇਂਟ ਬੀਟਸ ਕਾਲਜ ਸ਼ਿਮਲਾ ਅਸੀਂ ਸੈਮੀਨਾਰ ਕੀਤਾ ਸੀ। ਉੱਥੇ ਦੀ ਪ੍ਰਿੰਸੀਪਲ ਨੇ ਮੈਨੂੰ ਕਿਹਾ ਸੀ, ਲਿਸਨ, this is Christian college, you're not supposed to talk about your religion। Second, your lecture limit is 40 minutes। Third, people will have questions and you have limit 20 minutes। But during lecture, postgraduate students, I think 1500 girls were there and they were provoked। they started question answers और उस session more than 2 hours ਚੱਲਿਆ। ਤਾਂ ਉਸ ਤੋਂ ਬਾਅਦ ਪ੍ਰਿੰਸੀਪਲ ਆਈ and she also kept on sitting and listening ਕਿ ਸਟੂਡੈਂਟਸ ਕੁਐਸਚਨ ਕੀ ਕਰ ਰਹੇ ਨੇ, ਜਿਹੜੇ ਸਟੂਡੈਂਟਸ ਨੇ ਕਾਲਜ ਵਿੱਚ ਪ੍ਰੋਫੈਸਰ ਨੂੰ ਕਦੇ ਕੀਤੇ ਹੀ ਨਹੀਂ। ਸੋ ਆਈ ਵੁੱਡ ਰਿਕੁਐਸਟ ਕਿ ਆਪ ਜੀ ਕੁਐਸਚਨ ਕਰੋ, ਆਨਸਰ ਮੈਂ ਸਪੌਂਟੇਨੀਅਸ ਦੇਣ ਦਾ ਨਿਮਾਣਾ ਜਿਹਾ ਯਤਨ ਕਰਾਂਗਾ। Respected sir, myself Gauri Mittal and I am a student of BCom। My question is that you said that आपको जो भी पॉइंट अच्छा लगे, जो भी अच्छा लगे वो आप हर बुक से ले सकते हो, whether it is a Bible, whether it is a Guru Granth Sahib and whether it is a way। But now in today's scenario we see that there is a great discrimination in the religion। So why it is so? Your name is Gauri Mittal, Gauri Mittal, right? There is great discrimination, you said, right? Yeah. This discrimination is created by people, human beings। Yeah sir, then हम उनकी थिंकिंग कैसे चेंज कर सकते हैं? Actually, it's a very big question। You know समाज कैसे बनता है? Kindly reply me। समाज कैसे बनता है? एक इंसानियत नाम की चीज़ है जो अगर हर इंसान रखे तो अच्छा समाज बन सकता है। तो मुझे ये समझ में आया कि समाज बनता है हम ईच इंडिविजुअल इकाई हर सिंगुलर पर्सन से, राइट? तो समाज को चेंज करने के लिए मुझे ये डिस्क्रिमिनेशन नहीं करनी। सो आई एक्सपेक्ट that dear Gauri Mittal will try to finish this discrimination from her heart
and we don't have to change anybody else. No, sir, I'm और इंडिविजुअल के साथ अगर इंडिविजुअल गौरी मित्तल की तरह सोचने लगेगा तो इंडिविजुअल से मिलके समाज बनता है और समाज बदल जाएगा. इट इज पॉसिबल. सर अगर Right. एक बंदा बदलेगा तभी सभी बदलेंगे. हमने सुना है, हो सकता है रॉन्ग, कि केरला में इलिटरेसी रेट इज 0%. या एम आई राइट? या तो उन्होंने कैसे कर लिया? वो आसमान से टपके हैं या साउथ पोल के पास रहते हैं तो उनको गर्मी ज़्यादा लगती है तो अकल ज़्यादा है? नहीं, ईच इंडिविजुअल टुक हिज रिस्पॉन्सिबिलिटी. और उनके बुजुर्गों ने भी ऐसे किया, नौजवानों ने भी ऐसे किया, एंड टुडे दे हैव दिस क्रेडिट कि वहाँ इलिटरेसी रेट 0 है. दिस इज़ पॉसिबल. इंसान अगर इंडिविजुअल डिस्क्रिमिनेशन छोड़ दे तो इस धरती से कम्युनल हेट्रेड की ये डिस्क्रिमिनेशन खत्म हो जाएगी. डिस्क्रिमिनेशन इज नॉट इन द ग्रंथ. या Discrimination is individual's thought process. I don't If criticize. it is I don't criticize any religious book. I'm just talking about the people's mentality. That what he or she think that. अगर आपको ये एक्सपीरियंस हुआ अच्छा नहीं लगा ना, तो अगर आप डेली जाएंगे ना तो डेली आपको हज़ारों एग्जाम्पल ऐसे मिलेंगे तो आप दुखी हो जाएंगे. इसलिए क्या करेंगे? इसलिए करेंगे चैरिटी बिगिंस एट होम. सो डिस्क्रिमिनेशन ना करने वाली एक पर्सनैलिटी पैदा होगी दुनिया के सामने, गौरी मित्तल. एंड आई अप्रिशिएट. Thank you, sir. Kindly practice that. God bless you. And your today's seminar is very excellent. हमें you. बहुत कुछ सीखने को मिला आज. Oh, so nice of Thank you. My name is Gurjot Singh. Gurjot Singh. ਗੁਰਜੋਤ ਸਿੰਘ. ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਐਵਰੀਥਿੰਗ ਹੈਪਨਸ ਫॉर ਅ ਰੀਜ਼ਨ. ਤੇ ਜਦੋਂ ਆਪਣੀ ਜ਼ਿੰਦਗੀ 'ਚ ਆਪਾਂ ਨੂੰ ਜੋ ਐਕਸਪੈਕਟ ਕਰਦੇ ਹਾਂ ਉਹ ਨਹੀਂ ਮਿਲਦਾ ਤਾਂ ਆਪਾਂ ਨੂੰ ਪੇਰੈਂਟਸ ਜਾਂ ਦੋਸਤ ਕਹਿੰਦੇ ਨੇ ਕਿ ਰੱਬ ਨੇ ਤੇਰੇ ਲਈ ਕੁਝ ਹੋਰ ਸੋਚਿਆ ਹੋਏਗਾ, ਅੱਛਾ ਸੋਚਿਆ ਹੋਏਗਾ. ਇਹ ਗੱਲ ਸੱਚੀ ਸਹੀ ਹੈ ਕਿ ਆਪਾਂ ਦਿਲ ਰੱਖਣ ਨੂੰ ਕਹੀ ਜਾਂਦੀ ਹੈ. ਇਹਨੂੰ ਜਿਸ ਤਰ੍ਹਾਂ ਮਰਜ਼ੀ ਲੈ ਲਈਏ, ਰੱਬ ਜੀ ਨੇ ਕੁਝ ਹੋਰ ਸੋਚਿਆ ਹੋਇਆ ਇਸ ਪੱਖੋਂ ਲੈਣੀ ਹੈ ਜਾਂ ਦਿਲ ਰੱਖਣ ਵਾਸਤੇ ਲੈਣੀ ਹੈ. ਅਲਟੀਮੇਟਲੀ ਤੇ ਹਾਊ ਟੂ ਕੰਬੈਟ ਦੈਟ ਸਿਚੁਏਸ਼ਨ ਹੈ. ਰਾਈਟ? ਤੇ ਮੈਂ ਡਿਜ਼ਾਇਰ ਕੀਤੀ A ਦੀ ਔਰ ਮੈਨੂੰ A ਪ੍ਰਾਪਤ ਨਹੀਂ ਹੋਇਆ ਔਰ B ਮਿਲਿਆ ਤੇ B ਵੇਲੇ ਮੈਂ ਡਿਸਹਾਰਟਨਡ ਨਾ ਹੋਵਾਂ, ਚੜ੍ਹਦੀ ਕਲਾ 'ਚ ਰਵਾਂ. ਸਿੱਖਣਾ ਤੇ ਹੈ ਨਾ. ਸੋ ਕਹਿਣ ਵਾਲੇ ਜੋ ਮਰਜ਼ੀ ਕਹਿਣ, ਸਿੱਖਣਾ ਮੈਂ ਇਹ ਹੈ ਕਿ ਮੈਂ ਸੁੱਖ ਦੋਨੋਂ ਸਮ ਕਰ ਜਾਣੇ, ਕਿਵੇਂ ਹਰ ਸਿਚੁਏਸ਼ਨ ਵਿੱਚ ਮੈਂ ਆਪਣਾ ਬੈਲੈਂਸ ਲੂਜ਼ ਨਾ ਕਰਾਂ. ਇਹ ਬੈਲੈਂਸ ਆਪਾਂ ਕਿਵੇਂ ਮੇਨਟੇਨ ਕਰ ਸਕਦੇ ਹਾਂ? ਇਸ ਤਾਂ ਅਸੀਂ ਡਿਸਕਸ ਕੀਤਾ ਸੀ. ਫੋਰ ਐਗਜ਼ਾਮਪਲ ਮੈਂ ਪੜ੍ਹਾਈ ਕਰ ਰਿਹਾ ਔਰ ਮੇਰੀ ਡਿਗਰੀ ਪਰ 99% ਜਾਂ 98% ਮਾਰਕਸ ਨਹੀਂ ਆਏ. ਰਾਈਟ? ਇੱਕ ਬੱਚਾ ਨਿਊਯਾਰਕ ਵਿੱਚ ਚਾਹੁੰਦਾ ਸੀ ਮੇਰੀ NYU ਅੰਦਰ ਐਡਮਿਸ਼ਨ ਹੋਵੇ ਔਰ ਉਸ ਬੱਚੇ ਦੀ NYU ਅੰਦਰ ਐਡਮਿਸ਼ਨ ਵਾਸਤੇ 2135 ਮਾਰਕਸ ਚਾਹੀਦੇ ਸੀ. ਉਹਦੇ ਜੋ ਸੈਟ ਸੀ ਉਹਦੇ ਨਹੀਂ ਆਏ. That child started crying. I told him, don't worry, जिथे भी एडमिशन मिलती है उसे पढ़ना शुरू कर दो. One day you get the good marks, then NYU will call you, honor you, and that child got the admission in NYU. Right? In spite of crying against the situation or what we lost, we should keep on working like ant, कीड़ी. कीड़ी अपना काम करती रहती है ना? कीड़ी नहीं कहती आज गर्मी बहुत है, कीड़ी नहीं कहती आज हड़ताल हो गई है, बत्ती चली गई है, कीड़ी नहीं कहती लोग बदल गए, ज़माना बदल गया. सो कीड़ी कीप्स ऑन वर्किंग एंड वी हैव टू बी टीच लाइक अ कीड़ी. हाँ, थैंक यू. Shikal sir, सत श्री अकाल जी. myself Harkamal Singh. I'm a BA3 student. हरकमल Singh. हरकमल सिंह. Yes sir. थैंक यू. Like you, when you were delivering your lecture, you said one should not be dominating. When you are not dominating, one should not dominate. One should not dominate. जी. भी अपन को common रहना चाहिए. But like that's really kind or human we can say. But in today's era,
ਲਾਈਕ ਪੀਪਲ ਸੇ ਲੋਕ ਜਿੰਨਾ ਦੱਬਦੇ ਨੇ, ਜਿੰਨਾ ਆਪਾਂ ਦੱਬਦੇ ਲੋਕ ਉਨਾ ਹੀ ਦਬਾਉਂਦੇ ਨੇ। ਸੋ ਇਜ਼ ਇਟ ਓਕੇ ਇਨ ਟੁਡੇਜ਼ ਐਰਾ ਦੈਟ ਵੀ ਸ਼ੁੱਡ ਬੀ ਕੋਮਲ ਆਲ ਦ ਟਾਈਮ? ਨਹੀਂ, ਅਸੀਂ ਉਹ ਜੇ ਨਹੀਂ ਦੱਬਣਾ ਤੇ ਅਸੀਂ ਕੀ ਕਰਨਾ? ਉਹ ਮੁੱਕਾ ਮਾਰੇ ਅਸੀਂ ਦੋ ਮਾਰਨੇ ਨਾ। No, sir, not like that. ਫਿਰ ਹੋਰ People like people express who's a weak or who's common. Like people express them. They don't let them come out. ਹਾਂਜੀ, ਜਦੋਂ ਸਪਰੈਸ ਕਰਦੇ ਨੇ ਸਾਨੂੰ ਉਹਦੇ ਸਾਹਮਣੇ ਬੜੀ ਨਮਰਤਾ ਨਾਲ, ਪੂਰੀ ਮਿਠਾਸ ਨਾਲ ਆਪਣਾ ਬੈਲੈਂਸ ਰੱਖ ਕੇ ਆਪਣੀ ਗੱਲ ਪੇਸ਼ ਕਰਨੀ ਹੈ। ਦਿਸ ਇਜ਼ ਮੀ ਐਂਡ ਦਿਸ ਇਜ਼ ਵਾਟ ਆਈ ਵਾਂਟ। ਡੋਮੀਨੇਟ ਹੋਣ ਦੀ ਲੋੜ ਹੀ ਨਹੀਂ ਹੈ, ਪਰ ਉਹਨੂੰ ਰਿਟੈਲੀਏਟ ਨਹੀਂ ਕਰਨਾ। ਇਹ ਖੇਡ ਸਮਝ ਆ ਜਾਏ ਨਾ, ਇਹਨੂੰ ਪ੍ਰੈਕਟਿਸ ਕਰਨ ਵਾਸਤੇ ਕਮਾਉਣਾ ਪੈਂਦਾ ਹੈ। ਜਦੋਂ ਕਮਾਉਂਦੇ ਆ ਨਾ, ਉਸ ਮੌਕੇ 'ਤੇ ਜਾਂਚ ਆ ਜਾਂਦੀ ਹੈ, ਹਾਊ ਸ਼ੁੱਡ ਆਈ ਪੁੱਟ ਅਪ ਮਾਈ ਸੈਲਫ ਐਂਡ ਨਾਟ ਬੀਇੰਗ ਡੋਮੀਨੇਟਿਡ ਐਟ ਦ ਸੇਮ ਟਾਈਮ ਬਾਈ ਅਦਰ ਪਾਰਟੀ, ਹੈ ਨਾ। ਦੂਜਾ ਮੈਨੂੰ ਦਬਾ ਨਾ ਸਕੇ, ਲੇਕਿਨ ਮੈਂ ਆਪਣੀ ਗੱਲ ਪੇਸ਼ ਕਰ ਸਕਾਂ, ਇਤਨੀ ਤੇ ਦਲੇਰੀ ਹੋਣੀ ਚਾਹੀਦੀ ਹੈ। ਦੱਬਣਾ ਤੇ ਹੈ ਜੇ ਜੀਵੇ ਪਤਲਤ ਕੀ ਜੈਸਾ ਉਹ ਰਾਮ ਜੇਤਾ ਕਿਛ ਖਾਏ, ਪਰ ਮੈਂ ਇਸ ਆਤਮਕ ਮੌਤ ਨਾਲੋਂ, ਜ਼ਲਾਲਤ ਨਾਲ ਮਰਨ ਨਾਲੋਂ ਕਮ ਸੇ ਕਮ ਕਹਿ ਹੀ ਦਿਆਂ, ਹੈ ਨਾ। ਪਤਨੀ ਨੂੰ ਪਤੀ ਦਿਨ ਰਾਤ ਸਤਾਉਂਦਾ ਹੈ, डोमिनेट करता है, तो सिंपली दस देवे जो आप मेरे साथ बिहेवियर करते हैं, ये आपने मेरे साथ फेरे ले लिए हैं, लेकिन जो आपका बिहेवियर है वो फेरे लेने के बाद की जिम्मेवारी वाला नहीं है। आप इसके बाद मेरी गर्दन उतार दो, वैसे भी तो रोज उतारते ही हो। बस इतना कह दे प्यार ना, गल पुटअप करनी है बस, ना मुक्का मारना, ना गाल कटनी है, ना लड़ना है, ना रुसना है, ना रोटी छड़नी है, ना घरों जाना है ना। मतलब ਆਪਾਂ ਨੂੰ ਥੱਲੇ ਨਹੀਂ ਲੱਗਣਾ ਚਾਹੀਦਾ, ਆਪਣਾ ਥਾਟਸ ਪੁੱਟ ਅਪ ਕਰਨੇ ਚਾਹੀਦੇ, ਵੀ ਨੀਡ ਟੂ ਸਪੀਕ ਹੰਬਲੀ, ਪਿਆਰ ਨਾਲ, ਗ੍ਰੇਸਫੁਲੀ, ਹੈ ਨਾ। ਇਹਦੀ ਪ੍ਰੈਕਟਿਸ ਕਰਦੇ ਆ। ਕਰੈਕਟ। यस सर। सत श्रीकाल सर। ਸਤਿ ਸ਼੍ਰੀ ਅਕਾਲ ਜੀ। सर मेरा नाम सुशांत है। ਸੁਸ਼ਾਂਤ, Yes. ਵਾਓ। थैंक यू सर। ਸਰ ਮੇਰਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਆਪਾਂ ਇੱਕ ਕਾਲਜ ਦੇ ਵਿੱਚ ਸਟੱਡੀ ਕਰਦੇ ਹਾਂ, ਸਟੱਡੀ ਕਰਨ ਦੇ ਨਾਲ ਨਾਲ ਕੁਝ ਆਪਾਂ ਐਕਸਟਰਾ ਐਫਰਟਸ ਵੀ ਕਰਦੇ ਹਾਂ। ਸਰ ਜਦੋਂ ਉਸ ਐਕਸਟਰਾ ਐਫਰਟਸ ਦੇ ਵਾਸਤੇ ਆਪਾਂ ਨੂੰ ਪ੍ਰੇਜ਼ ਨਾ ਮਿਲੇ, ਜਾਂ ਆਪਾਂ ਕਿਉਂਕਿ ਹਿਊਮਨ ਬੀਇੰਗ ਹਮੇਸ਼ਾ ਪ੍ਰੇਜ਼ ਐਕਸਪੈਕਟ ਕਰਦਾ ਹੈ, ਵਾਹ। ਔਰ ਜਦੋਂ ਉਹ ਚੀਜ਼ ਨੂੰ ਨਾ ਮਿਲੇ ਤਾਂ ਸਰ ਉਸ ਨੂੰ ਆਪਾਂ ਕਿੱਦਾਂ ਡੀਲ ਕਰੀਏ? ਕੀ ਅਸੀਂ ਕਦੀ ਆਪਣੀ ਮਾਂ ਨੂੰ ਪ੍ਰੇਜ਼ ਕੀਤੀ ਹੈ? ਨੋ। ਆਪਣੇ ਪਿਤਾ ਨੂੰ ਪ੍ਰੇਜ਼ ਕੀਤੀ ਹੈ? ਨੋ। ਕਿ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਪੈਦਾ ਹੀ ਨਾ ਹੁੰਦਾ, ਹੈ ਨਾ। ਕਦੇ ਰੱਬ ਨੂੰ ਪ੍ਰੇਜ਼ ਨਹੀਂ ਕੀਤੀ ਹੈ ਕਿ ਰੱਬ ਜੀ ਤੁਹਾਡਾ ਸ਼ੁਕਰ ਹੈ ਜਦੋਂ ਮੈਂ ਪੈਦਾ ਹੋਇਆ ਸੀ ਮੇਰੇ ਦੰਦ ਨਹੀਂ ਸੀ, ਤੁਸੀਂ ਮੈਨੂੰ ਮਾਂ ਅਤੇ ਮਾਂ ਦਾ ਪਵਿੱਤਰ ਪਾਵਨ ਡਿਵਾਈਨ ਦੁੱਧ ਦਿੱਤਾ, ਰਾਈਟ। ਇਹਦਾ ਮਤਲਬ ਗੋਡਲੀ ਕੁਆਲਿਟੀਜ਼ ਦੇ ਅੰਦਰ प्रेज ਨੂੰ एक्सपेक्ट करना एक कमजोरी है। गॉडली क्वालिटीज के अंदर काहू फल की इच्छा नहीं बादशाह, मुझे कोई रिवार्ड नहीं चाहिए। क्यों? क्योंकि मैं किसी को पनिश नहीं करता। ਇਹਦਾ ਮਤਲਬ ਮੈਨੂੰ ਰਿਵਾਰਡ ਦੀ ਇੱਛਾ ਨਹੀਂ ਹੈ ਕਿਉਂਕਿ ਮੈਂ ਪਨਿਸ਼ ਨਹੀਂ ਕਰਦਾ, ਤੇ ਮੈਂ ਰਿਵਾਰਡ ਐਂਡ ਪਨਿਸ਼ਮੈਂਟ ਦੀ ਸੋ ਕਾਲਡ ਰੱਟ ਵਾਲੀ ਪੁਰਾਣੀ ਥਿਉਰੀ ਤੋਂ ਛੁੱਟ ਜਾਵਾਂਗਾ, ਤੇ ਮੈਨੂੰ ਰਿਵਾਰਡ ਦਾ ਸ਼ੌਂਕ ਹੀ ਨਹੀਂ ਰਹੇਗਾ। माँ को रिवार्ड दो ना दो, रोज सवेरे उठ के रोटी बनाती है, वो नहीं कहती रात को मैं देर से सोई थी, है ना। सो बी ए माँ। सर एक और क्वेश्चन है सर मेरा। सर जैसे कई बार होता है कि जो एक इंसान की नेचर, जैसे कई बार वो बाहर वाले लोगों के साथ बहुत प्यार से रहता है, मगर घर पे आके वो ऐसा बिहेव करता है कि जैसे मैं तुम्हें भी खा जाऊँगा। तो सर उससे कैसे डील करना चाहिए? बिकॉज वो काफ़ी बुरा लगता है, क्योंकि जब हम उन्हीं लोगों को, बाहर वाले लोगों के साथ अच्छा होता देखते हैं और घर पे आके जैसे वही लोग बदल के कुछ और हो जाते हैं, तो उनके साथ कैसा डील करना चाहिए? उसने घर में लोगों को प्रोडक्ट समझा हुआ है, राइट, या पेट समझा हुआ है। बैठ जाओ, खड़े हो जाओ, हिलना नहीं। डॉग को बोलते हैं ना लोग, सिट डाउन जैकी, डोंट गो देयर, डोंट बार्क, राइट। तो उसने घर वालों को या तो जानवर समझा हुआ है या प्रोडक्ट समझा हुआ है। ये कुर्सी इधर क्यों रख दी, वाइफ तो वहाँ खड़ी क्यों थी, है ना। कुर्सी और वाइफ बराबर होगी। तो सर उनके साथ मतलब हमें क्या करना चाहिए कि वो ठीक हो जाए एटलीस्ट?
वो ऐसा बिहेव तो छोड़ नहीं सकते। उनके साथ प्यार से डील करना है और उनको बताना है कि यू आर मिस्टेकन फ्रॉम हियर। उनको बताना है यू आर हेडिंग टूवर्ड्स स्किज़ोफ्रेनिया। जब वो दिन बाय दिन वाइड होते जाते हैं ना, उसको इस डिनाइल से निकालना है और उसको समझाना है कि आप बीमार हो रहे हो मानसिक तौर पर, प्यार से, इंसल्ट किए बिना, उसकी डिग्निटी को नीचा किए बिना। ठीक है, थैंक यू सर। मेरा सवाल है जी, ਤੁਹਾਡਾ ਨਾਂ ਕੀ ਹੈ? ना मेजर सिंह जी, ਮੇਜਰ ਸਿੰਘ ਜੀ। ਹਾਂਜੀ, ਸਵਾਲ ਹੈ ਜੀ, ਅਨਾਦਿਨਾਦ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਆਉਂਦਾ ਹੈ। ਅਨਾਦਿਨਾਦ ਅਨੰਦ ਸ਼ਬਦ ਜਿਹੜੇ ਦੂਸਰੇ ਤਰ੍ਹਾਂ ਉਛੇ ਚੱਕਰਾਂ ਵਿੱਚ ਹੁੰਦਾ ਕਿ ਹੁੰਦਾ ਗੁਰਮੁਖ ਦੇ ਮੁਤਾਬਕ ਗੁਰਬਾਣੀ ਮੁਤਾਬਕ ਅਨਾਦਿਨਾਦ ਅਨੰਦ ਸ਼ਬਦ ਦਾ ਕੀ ਮਤਲਬ ਹੈ? ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ। ਜਪਜੀ ਸਾਹਿਬ ਵਿੱਚ ਆਉਂਦਾ ਹੈ ਗੁਰਮੁਖ ਨਾਦੰ। ਗੁਰਮੁਖ ਕੌਣ ਹੈ? ਗੁਰੂ ਦੇ ਮੁਖ ਦੇ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਨਾਦ ਕਹਿੰਦੇ ਨੇ। ਗੁਰਮੁਖ ਨਾਦੰ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਵੇਦ ਕਹਿੰਦੇ ਨੇ। ਗੁਰਮੁਖ ਨਾਦੰ, ਗੁਰਮੁਖ ਵੇਦਨ। ਤੇ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਅਨਇੰਟਰਪਟਿਡ ਵਿਦਾਊਟ ਫੇਲ ਲਗਾਤਾਰ ਫੋਲੋ ਕਰਨਾ, ਸੁਣਨਾ ਤੇ ਲਗਾਤਾਰ ਫਾਲੋ ਕਰਨਾ, ਜਿਹਦੀ ਹੱਦ ਹੀ ਨਾ ਹੋਵੇ, ਅਨਹੱਦ ਨਾਦ। ਸਤਿਗੁਰ ਦੀ ਗੱਲ ਨੂੰ 1% ਵੀ ਆਪਣੀਆਂ ਅੱਖੋਂ ਓਲੇ ਕੀਤੇ ਬਿਨਾਂ ਲਗਾਤਾਰ ਸੁਣਨਾ ਹੈ ਨਾ, ਉਸ ਨੂੰ ਫੋਲੋ ਕਰਨਾ ਅਨਹੱਦ ਨਾਦ ਕਹਿਲਾਉਂਦਾ ਗੁਰੂ ਮਤਿ। ਇਹ ਕੋਈ ਮਿਊਜ਼ਿਕ ਨਹੀਂ ਹੈ ਜਿਹੜਾ ਸੁਣਾਈ ਦਿੰਦਾ ਹੈ। ਮਤਲਬ ਜਿਵੇਂ ਹੁਣ ਜੋਗਿਆਂ ਦਾ ਲਹਿਦਾ ਹੈਗਾ, ਦੂਜੇ ਦਾ ਲਹਿਦਾ ਨੂੰ ਛੇ ਚੱਕਰਾਂ ਵਾਲੇ ਚੱਕਰਾਂ ਪਾ ਲੈਂਦੇ, ਮੁੱਲਾ ਤਾਰਾ ਪੁਣਾ ਤੋਂ ਛੇ ਚੱਕਰ ਕਹਿੰਦੇ ਨੇ। ਮਤਲਬ ਗੁਰਮੁਖ ਦਾ ਆਪਦਾ ਫਿਰ ਇਹੀ ਅਰਥ ਨਿਕਲਣਾ ਜੋ ਆਪਣੀ ਗੁਰਬਾਣੀ ਹੈ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਇਹੀ ਇਹਨਾਂ ਦੇ ਸ਼ਬਦ ਹੋਇਆ ਹੈ। ਇਸ ਨੂੰ ਸੱਚ ਦੀ ਗੱਲ, ਸੱਚ ਦੀ ਗੱਲ, ਸੱਚ ਦੀ ਗੱਲ ਯੂਨੀਵਰਸਲ ਟਰੂਥ ਹੁੰਦੀ ਹੈ। ਗੁਰਬਾਣੀ ਦੁਨੀਆ ਤੋਤੀ ਹੈ, ਇਸ ਨੂੰ ਮਤਲਬ ਚਾਰਨਾ, ਸੁਣਨਾ ਤੇ ਅਮਲ ਕਰਨੇ, ਫਿਰ ਇਹਨਾਂ ਸ਼ਬਦ ਹੋਇਆ ਜੀ। ਸੱਚ ਹੈ ਨਾ, ਤਾਂ ਸੱਚ ਸੁਣਨਾ ਹੀ ਅਨਹੱਦ ਨਾਦ ਹੈ। ਰਾਈਟ। ਬਾਕੀ ਇੱਕ ਸਿੰਪਲ ਜਿਹਾ ਹੀ ਹੈਗਾ, ਇੱਕ ਕੋਦਰਾ ਰੋਟੀ ਨਾ ਹੰਸ ਕੋਦਰਾ ਨਾ ਖਾਏ। ਗੁਰੂ ਨਾਨਕ ਜੀ ਨੇ ਉਹਦੀ ਰੋਟੀ ਖਾਧੀ। ਹੁਣ ਅੱਜ ਕੱਲ੍ਹ ਦੀ ਲੈਂਗੁਏਜ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਕੋਦਰਾ ਕਿਸ ਨੂੰ ਕਹਿੰਦੇ ਆ। ਮਤਲਬ ਆਪਣੇ ਸਟੈਂਸ ਦੀ ਸਮਝ ਲੱਗਦੀ ਹੈ। ਜੇ ਜਾਣ ਸਾਖੀਆਂ ਚਾਹੁੰਦਾ ਗੁਰੂ ਨਾਨਕ ਦੇਵ ਜੀ ਕੋਦਰੇ ਦੀ ਰੋਟੀ, ਸਾਖੀਆਂ ਨਾਲ ਬਾਣੀ ਨੂੰ ਚੈੱਕ ਨਹੀਂ ਕਰਨਾ। ਜਿਵੇਂ ਕਹਿੰਦੇ ਹੰਸ ਕੋਦਰਾ ਨਾ ਖਾਇਆ, ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ ਕੋਦਰੇ ਦਾ ਕੀ ਅਰਥ ਹੈ? ਮਤਲਬ ਬਾਣੀ ਅਨੁਸਾਰ ਜਿਹੜਾ ਕੋਦਰੇ ਦਾ ਮਤਲਬ ਹੈ ਕਿ ਜਿਹੜਾ ਔਗੁਣਾ ਵਾਲਾ ਭੋਜਨ ਨਹੀਂ ਖਾਂਦਾ, ਪੋਲਿਊਟਿਡ ਖਿਆਲਾਂ ਦਾ ਭੋਜਨ ਨਹੀਂ ਖਾਂਦਾ ਆਪਣੀ ਮੱਤ ਵਾਸਤੇ। ਹੰਸ ਕੋਦਰਾ ਨਾ ਖਾਏ। ਹੰਸ ਦਾ ਖਾਣ ਦਾ ਕੀ ਕੰਮ ਹੈ? ਹੰਸ ਦਾ ਕੰਮ ਹੈ ਹੰਸਾ ਹੀਰਾ ਮੋਤੀ ਚੁਗਣਾ, ਇਹ ਹੰਸਾ ਦਾ ਖਾਣਾ। ਰਾਈਟ। ਸੋ ਜੇ ਅਸੀਂ ਇਨਸਾਨ ਹਾਂ ਤਾਂ ਅਸੀਂ ਕਾਂ ਵਾਂਗੂ ਗੰਦ ਨਾ ਖਾਈਏ, ਹੈ ਨਾ। ਬਸ ਨਹੀਂ ਜੋ ਸਾਖੀ ਨੂੰ ਜਵਾਬ ਦੇ ਦਿੱਤਾ ਵੀ ਆਪਣੇ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਲਾਲੂ ਕੋਦਰੀ ਰੋਟੀ ਖਾਧੀ, ਉਹਦਾ ਫਿਰ ਰੁੱਖਾ ਮਿੱਸਾ ਸਾਦਾ ਭੋਜਨ ਖਾਧਾ ਹੀ ਹੋਇਆ। ਉਹ ਗੱਲ ਹੋਰ ਹੈ। ਰੁੱਖਾ ਮਿੱਸਾ ਸਾਦਾ ਭੋਜਨ ਖਾਣਾ ਹੋਰ ਹੈ। ਤੁਸੀਂ ਫਰੀਦ ਜੀ ਦੀ ਬਾਣੀ 'ਚੋਂ ਕੋਦਰਾ ਹੰਸ ਕੋਦਰਾ ਨਾ ਖਾਏ ਕੋਟ ਕਰ ਰਹੇ ਹੋ। ਬਾਣੀ ਨੂੰ ਬਾਣੀ 'ਚੋਂ ਸਮਝੀਏ ਨਾ। ਥੈਂਕ ਯੂ ਸਰ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਹਰਪ੍ਰੀਤ ਸਿੰਘ ਜੀ, ਇੰਨਾ ਆਸਤਾ ਨਾ ਬੋਲੋ, ਥੋੜਾ ਪ੍ਰਾਈਵੇਟ ਗੱਲ ਥੋੜੀ। ਵੈਸੇ ਮੇਰਾ ਸਵਾਲ ਪਹਿਲਾਂ ਇੱਕ ਸਟੂਡੈਂਟ ਨੇ ਕਰ ਲਿਆ ਹੈ, ਮੈਂ ਉਹਦੇ ਬਾਰੇ ਆਪਦੇ ਨਾਲ ਦੂਸਰਾ ਸਵਾਲ ਕਰਨਾ ਹੈ। ਆਪਾਂ ਨੇ ਨਿਰੋਗ ਸਰੀਰ ਬਾਰੇ ਪਹਿਲੇ ਟੌਪਿਕ 'ਤੇ ਗੱਲ ਕੀਤੀ ਹੈ ਵੀ ਜੇ ਕੋਈ ਬੰਦਾ ਆਪਾਂ ਨੂੰ ਕੋਈ ਮਾੜੀ ਗੱਲ ਕਹਿੰਦਾ ਤਾਂ ਆਪਾਂ ਨੂੰ ਸਹਿਣ ਕਰ ਲੈਣੀ ਚਾਹੀਦੀ ਹੈ। ਪਰ ਇੱਕ ਜਗ੍ਹਾ ਉੱਤੇ ਇੱਕ ਇਨਸਾਨ ਦੀ ਅਣਖ ਵੀ ਹੁੰਦੀ ਹੈ, ਉਸ ਨੂੰ ਸਹਿਣ ਕਰਨ ਨਾਲ ਕੀ ਸਾਡੀ ਜਿਹੜੀ ਅਣਖ ਆ ਉਹ ਮਰ ਨਹੀਂ ਜਾਂਦੀ? ਬਸ ਇੰਨਾ ਕੀ ਸਵਾਲ ਹੈ। ਅਣਖ ਪਹਿਲਾਂ ਕਮਾਣੀ ਪੈਂਦੀ ਹੈ। ਮਨੂੰ ਦਵਾਨੀ ਚਵਾਨੀ ਦੀ ਅਕਲ ਆਈ ਹੈ, ਉਹਦਾ ਨਾਮ ਮੈਂ ਅਣਖ ਰੱਖ ਲਿਆ। ਤੇ ਜਿੱਥੇ ਜਣਾ ਖਣਾ ਜਰਾ ਜੀ ਗੱਲ ਕਰੇ ਔਰ ਮੈਂ ਲੜਨ ਨੂੰ ਪਾ, ਮੇਰੀ ਅਣਖ ਹੈ ਨਾ। ਅਣਖ ਤੇ ਬੜੀ ਮੁਸ਼ਕਿਲ ਨਾਲ ਬਣਾਈ ਜਾਂਦੀ ਹੈ। ਮੈਂ ਅਣਖ ਇਹ ਬਣਾਈ ਹੈ ਕਿ ਮੈਂ ਜਿੱਥੇ ਰਿਸ਼ਵਤ ਮਿਲਦੀ ਹੈ ਮੈਂ ਰਿਸ਼ਵਤ ਨਹੀਂ ਲੈਣੀ, ਇਹ ਮੇਰੀ ਅਣਖ ਹੈ। ਮੈਂ ਆਪਣੇ ਵਿਆਹ 'ਤੇ ਦਾਜ ਨਹੀਂ ਲੈਣਾ, ਇਹ ਮੇਰੀ ਅਣਖ ਹੈ ਨਾ। ਮੈਂ ਆਪਣੀ ਜ਼ਾਤ ਦੇ ਅਗੇਂਸਟ ਦੂਜੇ ਨੂੰ ਨੀਵੀਂ ਜ਼ਾਤ ਦਾ ਨਹੀਂ ਸਮਝਣਾ, ਇਹ ਮੇਰੀ ਅਣਖ ਹੈ। ਇਹਨੂੰ ਅਣਖ ਕਹਿੰਦੇ ਨੇ। ਤਾਂ ਜੇ ਕੋਈ ਮੈਨੂੰ ਨੀਵੀਂ ਜ਼ਾਤ ਦਾ ਕਹਿ ਦੇ ਤਾਂ ਕੀ ਹੋਇਆ? ਮੈਂ ਤਾਂ ਜ਼ਾਤ ਆਪਣੀ ਮੰਨ ਨਹੀਂ ਰਿਹਾ,
ਮੇਰੀ ਅਣਖ ਨੂੰ ਕੋਈ ਚੈਲੰਜ ਹੀ ਨਹੀਂ ਹੋਇਆ। ਅਣਖ ਤੇ ਕੁਝ ਹੋਰ ਹੈ। ਅਗਲਾ ਕਈ ਵਾਰ ਪਰ ਤੁਸੀਂ ਕਿਹਨੂੰ ਅਣਖ ਕਹਿ ਰਹੇ ਹੋ, ਬਿਆਨ ਕਰੋ। ਅਣਖ ਮੀਨ ਜੀ ਮੰਨ ਲਓ ਜੋ ਆਪਣੀ ਪਰਸਨੈਲਿਟੀ ਇੱਕ ਬਣੀ ਹੋਈ ਹੈ ਉਹ ਤੇ ਮੇਰੀ ਝੂਠੀ ਸਟੈਂਡਿੰਗ ਹੈ। ਜਾਂ ਕੋਈ ਫਰਜ਼ ਕਰੋ ਮੇਰੀ ਸਟੈਂਡਿੰਗ ਬਣੀ ਹੋਈ ਹੈ। ਉਹ ਹੈ ਵੀਰ ਭੁਪਿੰਦਰ ਸਿੰਘ ਜੀ ਨੇ ਸ਼ਬਦ ਦੇ ਅਰਥ ਕਰਦੇ ਨੇ, ਬੜਾ ਮਿੱਠਾ ਬੋਲਦੇ ਨੇ, ਬੜੀ ਉਹ ਇੱਕ ਬੰਦਾ ਆ ਕੇ ਮੈਨੂੰ ਕਹੇ ਓਏ ਕੀ ਬੋਲਦਾ ਤੈਨੂੰ ਤੇ ਅਕਲ ਹੀ ਨਹੀਂ ਹੈ, ਸੋ ਵਾਟ, ਕੀ ਹੋ ਜਾਏਗਾ? ਮੇਰੀ ਅਣਖ ਮਾਰੀ ਗਈ। ਮੈਂ ਤੇ ਜੋ ਹਾਂ ਸੋ ਹਾਂ, ਮੈਨੂੰ ਆਪਣੀ ਭਲੀ ਨਿਬੇੜਨੀ ਹੈ। ਮੈਨੂੰ ਜਸਟੀਫਾਈ ਕੀ ਕਰਨਾ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ। ਮੈਨੂੰ ਤੇ ਉਹਨੂੰ ਰੈਲਿਸ਼ ਕਰਨਾ ਹੈ ਜੇ ਟਰੂਲੀ ਮੈਂ ਕਰਦਾ, ਵਰਨਾ ਨਿੰਦਕ ਕੇ ਮੁਕਾਲੇ ਕਰਾਏ ਹੈ ਨਾ। ਅਣਖ ਦੇ ਬਾਰੇ ਗਹਿਰਾਈ ਸੁਤਰਾਂਗੇ ਨਾ ਕਿਹਨੂੰ ਅਣਖ ਕਹਿੰਦੇ ਨੇ। ਠੀਕ ਹੈ, ਥੈਂਕ ਯੂ, ਬਹੁਤ ਵਧੀਆ ਲੱਗੀ ਜੀ। ਸੋ ਨਾਈਸ। नमस्कार सर। ਨਮਸਕਾਰ ਜੀ। सर मैं अंजू तिमान धूरी तो आई हाँ जी। ਅੰਜੂ हाँ जी, ਕਿੱਥੋਂ ਆਏ? धूरी तो ਤੂਰੀ, हाँ जी। ਅੱਛਾ। सर अज तुसी दसिया कि गलती हुई है तो अपनी मनो, फिर तुसी नाल ये भी कहा नहीं भी हुई गलती तां भी मनो। तुसी इस गल ते जो 2 बार जोर दिता। ਉਹ ਜਾਂਚ ਆ ਜਾਂਦੀ ਹੈ। हाँ जी, वो गल क्लीयर नहीं हुई भी अपनी गलती नहीं हुई। एक पासे तो आप कहने भी सच बोलना है या अपने च करेज करो, तो ਇਹਦਾ ਇਹ ਵੀ ਹੋ ਸਕਦਾ ਹੈ ਕਿ ਜਿਹਨੇ ਗਲਤੀ ਕੀਤੀ ਹੈ ਉਹਨੂੰ ਤਾਂ ਅੱਗੇ ਨੂੰ ਹੋਰ ਵੀ ਉਹ ਮਿਲ ਜਾਂਦਾ ਜੀ ਮੌਕਾ ਵੀ, ਚਲੋ ਆਪਣੇ ਤੇ ਲਈ ਜਾ ਰਹੇ ਨੇ ਵੀ ਉਹ ਗੱਲ ਕਲੀਅਰ ਨਹੀਂ ਹੋਈ ਸਰ ਵੀ ਨਹੀਂ ਕੀਤੀ ਤਾਂ ਵੀ ਆਪਣੀ ਗਲਤੀ ਆਪਣੇ ਤੇ ਲਈ ਜਾਈਏ। ਹਰ ਰੋਜ਼ ਇਹ ਕੰਮ ਕਰਨਾ ਨਹੀਂ ਹੈ। ਹਾਂਜੀ, ਉਹਦੇ ਵਾਸਤੇ ਇੱਕ ਸਾਡੀ ਪਰਸਨੈਲਿਟੀ ਵਿੱਚ ਇੱਕ ਮਾਈਲਸਟੋਨ ਸਾਨੂੰ ਹੋਰ ਮਿਲ ਜਾਂਦਾ ਹੈ, ਇੱਕ ਮੀਲ ਪੱਥਰ, ਹਾਂਜੀ, ਕਿ ਜੇਕਰ ਕਦੀ ਐਸਾ ਚਾਂਸ ਬਣੇ ਕਿ ਮੇਰੀ ਗਲਤੀ ਨਾ ਹੋਵੇ ਹਾਂਜੀ, ਤਾਂ ਵੀ ਪੂਰਾ ਝਗੜਾ ਪੁਆੜਾ ਮੁਕਾਉਣ ਵਾਸਤੇ ਹਾਂਜੀ, ਮੈਂ ਮਾਫੀ ਮੰਗਣ ਨੂੰ ਤਿਆਰ ਆ, ਭਾਵੇਂ ਮੇਰੀ ਗਲਤੀ ਨਾ ਹੋਵੇ। ਹਾਂਜੀ, ਸਿਰਫ ਇੱਕ ਜਾਂਚ ਹੈ, ਇੱਕ ਸੋਚ ਹੈ, ਹਾਂਜੀ। ਉਹਦੀ ਤਾਕਤ ਚਾਹੀਦੀ ਹੈ। ਕਈ ਵਾਰ ਇਸ ਤਰ੍ਹਾਂ ਮੌਕਾ ਆਉਂਦਾ ਹੈ। ਹਾਂਜੀ, ਹਾਂ, ਹੈ ਨਾ। ਹਾਂਜੀ, ਕਈ ਵਾਰੀ ਕੀ ਹੁੰਦਾ ਹੈ, ਪਤਨੀ ਵਿਚਾਰੀ ਵਕਤ ਸਿਰ ਖਾਣਾ ਬਣਾ ਕੇ ਰੱਖਦੀ ਹੈ, ਲੇਕਿਨ ਆਪਣੇ ਵੱਲੋਂ ਪਿਆਰ ਨਾਲ ਉਹਨੇ ਬਣਾਇਆ ਸੀ, ਪਰ ਉਹ ਫੁਲਕਾ ਸੜ ਗਿਆ। ਉਹ ਤਾਂ ਨਹੀਂ ਸਾੜਨਾ ਚਾਹੁੰਦੀ ਸੀ, ਪਰ ਪਤੀ ਆਨਸਰ ਉਹਦੀ ਪੱਤ ਲਾ ਦਿੰਦਾ ਹੈ। ਤੇਰੀ ਮਾਂ ਨੇ ਤੈਨੂੰ ਸਿਖਾਇਆ ਨਾ, ਤੇਰੇ ਪੇਕਿਆਂ ਨੇ ਤੈਨੂੰ ਅਕਲ ਦਿੱਤੀ ਹੈ, ਬੜੀਆਂ ਗੱਲਾਂ ਕਰਦਾ ਹੈ, ਤਾਂ ਉਹ ਵੱਧ ਤੋਂ ਵੱਧ ਕਹੇਗੀ ਅੱਛਾ ਜੀ ਮੈਂ ਅੱਗੋਂ ਤੋਂ ਕੋਸ਼ਿਸ਼ ਕਰਾਂਗੀ ਨਾ ਸੜੇ, ਪਰ ਉਹਦੀ ਗਲਤੀ ਤੇ ਨਹੀਂ ਸੀ। ਠੀਕ ਹੈ, ਹੈ ਨਾ। ਠੀਕ ਹੈ। ਹੋ ਸਕਦਾ ਹੈ ਉਸੇ ਪਤੀ ਵਾਸਤੇ ਬੂਹਾ ਖੋਲਣ ਗਈ ਸੀ, ਜਿਹੜਾ ਬਾਰ-ਬਾਰ ਬਾਹਰੋਂ ਬੈਲ ਨੌਕ ਕਰ ਰਿਹਾ ਔਰ ਮੇਰੇ ਪੇਕਿਆਂ ਨੂੰ ਗਾਲਾਂ ਵੀ ਕੱਢ ਰਿਹਾ। ਜਦੋਂ ਮੈਂ ਬੂਹਾ ਖੋਲਣ ਗਈ ਤਾਂ ਪਿੱਛੋਂ ਫੁਲਕਾ ਸੜ ਗਿਆ। ਇਹਦੀ ਗਲਤੀ ਉਹ ਹੈ ਉਹਦੀ, ਹਾਂਜੀ, ਰਾਈਟ, ਕਿ ਉਹ ਪੇਸ਼ੈਂਸ ਹੀ ਨਹੀਂ ਰੱਖਦਾ, ਠੀਕ ਹੈ, ਹੈ ਨਾ। ਠੀਕ ਹੈ ਸਰ। ਜਦੋਂ ਮੈਂ ਘਰ ਆਵਾਂ ਤੈਨੂੰ ਛੇਤੀ ਨਾਲ ਬੂਹਾ ਖੋਲਣਾ ਹੈ, ਦੇਰ ਨਹੀਂ ਕਰੇਂਗੀ ਤੂੰ, ਭਾਵੇਂ ਤੂੰ ਬਾਥਰੂਮ ਬੈਠੀ ਹੋਵੇ, ਹੈ ਨਾ, ਇਹ ਕਹਿੰਦੇ ਨਾ ਪਤੀ। ਠੀਕ ਹੈ ਸਰ। ਤਾਂ ਉਸ ਵੇਲੇ ਪਤਨੀ ਕੀ ਕਰਦੀ ਹੈ? ਫਿਰ ਫੁਲਕੇ ਸੜੇ ਦੀ ਮਾਫੀ ਮੰਗ ਲੈਂਦੀ ਹੈ, ਗਲਤੀ ਵੀ ਨਹੀਂ ਹੁੰਦੀ। ਕੀ ਕੀਤਾ ਜਾਏ? ਉਹਦੇ ਅੰਦਰ ਇੱਕ ਚਾਹ ਹੁੰਦਾ ਹੈ, ਹੁਣ ਖਾ ਤੇ ਲਵੋ ਨਾ, ਮੇਰੀ ਮਾਫੀ ਮੰਗਣ ਨਾਲ ਖਾ ਤੇ ਲਵੋਗੇ ਨਾ, ਉਹ ਤੇ ਫਿਰ ਮੂਰਖਾਂ ਦਾ ਮੂਰਖ ਪਤੀ ਹੋਏਗਾ ਜਿਹੜਾ ਮਾਫੀ ਮੰਗਣ ਤੋਂ ਬਾਅਦ ਵੀ ਨਾ ਖਾਏ, ਹੈ ਨਾ। ਸਮਝ ਗਈ ਜੀ। ਥੈਂਕ ਯੂ ਕਮਲ ਜੀ। ਥੈਂਕ ਯੂ। ਮੇਰਾ ਸਵਾਲ ਇਹ ਹੈਗਾ ਵੀ ਆਪਾਂ ਧਰਮ ਦੀ ਜੇ ਆਪਾਂ ਗੱਲ ਕਰੀ ਤਾਂ ਆਪਾਂ ਨੂੰ ਇਹ ਸਿਖਾਇਆ ਜਾਂਦਾ ਵੀ ਪ੍ਰਮਾਤਮਾ ਦਾ ਨਾਮ ਉਹੀ ਜਪਦਾ ਜਿੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਕੌਣ ਕਹਿੰਦਾ? ਧਾਰਮਿਕ ਗ੍ਰੰਥਾਂ ਵਿੱਚ ਸਿਖਾਇਆ ਜਾਂਦਾ, ਬਾਣੀ ਦੇ ਵਿੱਚ ਵੀ ਆਉਂਦਾ ਜੀ ਇਹ ਗੱਲਾਂ। ਅੱਛਾ ਜੀ। ਤੇ ਫਿਰ ਦੂਜੇ ਪਾਸੇ ਇੱਕ ਇਹ ਆਉਂਦਾ ਵੀ ਆਪਾਂ ਜਿੱਥੇ ਜਿਹੜੇ ਵੀ ਧਾਰਮਿਕ ਸਥਾਨਾਂ ਜਾਂਦੇ ਉੱਥੇ ਇਹ ਕਹਿੰਦਾ ਵੀ ਰੱਬ ਦਾ ਨਾਮ ਲਓ, ਨਾਮ ਜਪੋ, ਨਾਮ ਜਪੋ। ਫਿਰ ਇੱਕ ਪਾਸੇ ਤਾਂ ਕਹਿੰਦਾ ਵੀ ਪ੍ਰਮਾਤਮਾ ਉਹੀ ਨਾਮ ਉਹਦਾ ਜਪਦਾ ਜਿੱਤੇ ਉਹਦੀ ਕਿਰਪਾ ਹੈ। ਦੂਜੇ ਪਾਸੇ ਇਹ ਕਨਸੈਪਟ ਵੈਸੇ ਥੋੜ੍ਹਾ ਜਿਹਾ ਕਲੀਅਰ ਨਹੀਂ ਹੋ ਰਿਹਾ, ਕਈ ਸਾਲਾਂ ਦਾ ਮੇਰੇ ਦਿਮਾਗ 'ਚ ਹੈ ਜੀ। ਜੋ ਪਰਮਾਤਮਾ ਦਾ ਫਲਸਫਾ ਹੈ ਨਾ, ਉਹ ਪਰਮਾਤਮਾ ਦੀ ਕਿਰਪਾ ਹੈ, ਉਹਨੂੰ ਗੁਰ ਪ੍ਰਸਾਦ ਕਹਿੰਦੇ ਨੇ। ਹਾਂਜੀ, ਹਾਂਜੀ, ਜੋ ਰੱਬ ਜੀ ਦੇ ਕਨਸੈਪਟ ਦਾ ਸੁਣਿਆ ਹੈ, ਰਾਈਟ, ਹਾਂਜੀ, ਹਾਂਜੀ, ਉਹਨੂੰ ਕਿਰਪਾ ਕਹਿੰਦੇ ਨੇ। ਠੀਕ ਹੈ, ਜੇ ਮੈਂ ਸੁਣਿਆ ਲੈਂਦਾ ਹਾਂ ਤਾਂ ਕਿਰਪਾ ਲੈਂਦਾ ਹਾਂ, ਜੇ ਮੈਂ ਸੁਣਿਆ ਰੋਕਦਾ ਹਾਂ ਤਾਂ ਕਿਰਪਾ ਨੂੰ ਇਗਨੋਰ ਕਰਦਾ ਹਾਂ। ਠੀਕ ਹੈ ਜੀ। ਸੋ ਰੱਬ ਕਿਰਪਾ ਕਰਦਾ ਹੈ ਕਿ ਮੈਂ ਕਿਰਪਾ ਲੈਣ ਵਾਸਤੇ ਆਪਣੇ ਆਪ ਨੂੰ ਭਾਂਡਾ ਸਿੱਧਾ ਕਰਦਾ। ਠੀਕ ਹੈ ਜੀ। ਸਿੱਧੇ ਭਾਂਡੇ 'ਚ ਉਂਦੇ ਪਾਂਦੇ ਵਸਤ ਨਾ ਪਵੇ, ਸਿੱਧੇ ਭਾਂਡੇ 'ਚ ਪੈ ਜਾਂਦੀ ਹੈ। ਨਿਮਰਤਾ ਵੀ। ਠੀਕ ਹੈ ਜੀ, ਵਾਹ, ਥੈਂਕ ਯੂ। ਸ਼ੁਕਰੀਆ ਜੀ। ਇੱਕ ਸਵਾਲ ਸੀਗਾ ਜੀ ਹੋਰ
ਆਪਾਂ 84 ਲੱਖ ਜੂਨ ਦਾ ਕਨਸੈਪਟ ਹੈ ਜਿਹੜਾ ਜੀ, ਵੀ 84 ਲੱਖ ਜੂਨ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੇ ਧਰਮਾਂ ਦੇ ਵਿੱਚ ਹੀ। ਫਿਰ ਜਿਹੜਾ ਇੱਕ ਡਾਇਨਾਸੌਰ ਹੈ ਉਹ ਧਰਤੀ ਤੋਂ ਖਤਮ ਹੋ ਗਿਆ, ਕਿ ਜਿਹੜੀ ਜੂਨ ਹੈ ਉਹ 84 ਲੱਖ ਤੋਂ ਇੱਕ ਘਟ ਗਈ। ਇਹ ਵੀ ਇੱਕ ਡਾਊਟ ਹੈ ਜੀ, ਸਾਇੰਸ ਦਾ ਸਵਾਲ ਹੈ ਇੱਕ। ਇਸ ਤਰ੍ਹਾਂ ਨਹੀਂ ਹੈ। ਉਹਨੇ ਰੀਸੈਂਟਲੀ ਆਸਟ੍ਰੇਲੀਆ ਨੇ 6 ਨਵੇਂ ਸਪੀਸ਼ੀਜ਼ ਲੱਭੇ ਨੇ। 84 ਲੱਖ ਜੂਨ ਕੋਈ ਕਾਊਂਟ ਨਹੀਂ ਕਰ ਸਕਦਾ, ਇੱਕ ਕਹਿਣ ਦਾ ਅੱਖਰ ਹੈ। ਹਾਂਜੀ ਹਾਂਜੀ। ਇਸ ਤਰ੍ਹਾਂ ਇਸਲਾਮ ਵਿੱਚ ਸਹਿਸ 18 ਕਹਿਨ ਕਤੇਬਾਂ ਕਹਿੰਦੇ ਨੇ ਬਈ 18,000 ਜੂਨੀਆਂ ਨੇ। ਹਿੰਦੂ ਮਤ 84 ਲੱਖ ਜੂਨ ਮੰਨੀ ਜਾਂਦੀ ਹੈ। ਹਾਂਜੀ ਗੁਰਮਤ ਵਿੱਚ ਇਹਨੂੰ ਕਿਸ ਤਰ੍ਹਾਂ ਲਿਆ ਗਿਆ? ਸਾਡੀ ਇੱਕ ਪੁਸਤਕ ਹੈ ਜੀਵਨ ਮੁਕਤ, ਜੀਵਨ ਮੁਕਤ, ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਇਸ ਨੂੰ ਪੜ੍ਹ ਲੈਣਾ, ਠੀਕ ਹੈ ਜੀ, ਹੈ ਨਾ। ਸ਼ੁਕਰੀਆ ਜੀ। ਆਪਣੇ ਅੰਦਰ ਜਿਹੜੇ ਅਵਗੁਣਾਂ ਦੇ ਖਿਆਲ ਨੇ ਉਹਨਾਂ ਨੂੰ ਠੀਕ ਕਰਨਾ, ਆਪਣੀ 84 ਦੇ ਗੇੜ ਤੋਂ ਨਿਕਲਣਾ ਹੈ, ਰਾਈਟ। ਹਾਂਜੀ ਹਾਂਜੀ, ਸ਼ੁਕਰੀਆ। Sir, I am Cherry Chopra. So, I am student of BBA first. And my question is, sir, ਹਾਲੇ ਤੁਸੀਂ ਆਪਣੇ ਥੋੜੀ ਦੇਰ ਵਿਚਾਰ ਸਾਂਝੇ ਕੀਤੇ ਸੀਗੇ, ਉਸ 'ਚ ਕਿਹਾ ਸੀਗਾ ਕਿ ਜਿਹੜਾ ਮਨ ਹੈ ਆਪਣਾ, ਉਹ ਹਮੇਸ਼ਾ ਆਪਣੇ ਬਾਰੇ ਪੁੱਠਾ ਸੋਚਦਾ ਹੈ, ਹਮੇਸ਼ਾ ਆਪਣੀ ਪੁੱਠੀ ਗੱਲ ਸੋਚਦਾ ਹੈ। ਤੇ ਸਾਰੇ ਲੋਕ ਕਹਿੰਦੇ ਨੇ ਕਿ ਸੁਣੋ ਸਾਰਿਆਂ ਦੀ ਪਰ ਕਰੋ ਆਪਣੇ ਮਨ ਦੀ। ਇਸ ਬਾਰੇ ਐਕਸਪਲੇਨ ਕਰੋਗੇ ਸਰ ਥੋੜਾ ਜਿਹਾ? ਹਾਂ, ਇਹ ਬੜਾ ਗਲਤ ਪ੍ਰਚਲਿਤ ਅੱਖਰ ਹੈ। ਇਹ ਸਟੇਟਮੈਂਟ ਨੂੰ ਕਾਪੀ ਕਰਕੇ ਫੋਲੋ ਕਰਨਾ ਆਪਣੇ ਜੀਵਨ ਵਿੱਚ ਬੜਾ ਖਤਰਨਾਕ ਹੋ ਜਾਏਗਾ। ਲੇਕਿਨ ਇਹਦੇ ਵਿੱਚ ਹੁਣ ਗਹਿਰਾਈ 'ਚ ਲੱਭਣਾ ਹੈ। ਅਸੀਂ ਗੱਲ ਕੀਤੀ ਸੀ, ਇੱਕ ਹੁੰਦੀ ਹੈ ਮਨ ਕੀ ਮੱਤ। ਮਨ ਕੀ ਮੱਤ ਡਿਸਟਰਕਟਿਵ ਖਿਆਲ ਪੈਦਾ ਕਰਦੀ ਹੈ, ਰਾਈਟ। ਲੇਕਿਨ ਇਹ ਹੀ ਮਨ ਜਦੋਂ ਐਲੀਵੇਟ ਹੋ ਜਾਂਦਾ ਹੈ ਤਾਂ ਵੀ ਇਹ ਮਨ ਹੀ ਰਹਿੰਦਾ ਨਾ, ਹੈ ਨਾ। ਉਹਨੂੰ ਰੂਹ ਦੀ ਆਵਾਜ਼ ਕਹਿੰਦੇ ਨੇ, ਆਤਮਾ ਦੀ, ਜ਼ਮੀਰ ਦੀ ਆਵਾਜ਼ ਕਹਿੰਦੇ ਨੇ। ਮੇਰੀ ਇਸ ਬਾਡੀ ਦਾ ਚਾਲਕ, ਸਾਡੀ ਇੱਕ ਪੁਸਤਕ ਆਈ ਹੈ ਸਚਿਆਰਾ ਕਿਵੇਂ ਬਣੀ ਹੈ, ਜਪਜੀ ਸਾਹਿਬ ਦੀ। ਉਹਦੇ ਵਿੱਚ ਅਸੀਂ ਸਮਝਿਆ ਜਿਹੜਾ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ ਉਹ ਵੀ ਤੇ ਮਨ ਹੀ ਹੈ ਨਾ। ਤਾਂ ਉਹਦੇ ਵਿੱਚ ਹੁਕਮੀ ਅਸੀਂ ਸਮਝਿਆ ਸੀ, ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ। ਸਾਡੀ ਸਾਰੀ ਜਿਹੜੀ ਬਾਡੀ ਹੈ, ਇਸ ਬਾਡੀ ਨੂੰ ਚਲਾਉਣ ਵਾਲਾ ਮੇਰਾ ਮਨ ਹੈ। ਤਾਂ ਉੱਥੇ ਅਸੀਂ ਇੱਕ ਆਰਟੀਕਲ ਸਾਂਝ ਕੀਤਾ, ਦੇਰ ਆਰ 2 ਕਾਈਂਡਸ ਆਫ ਹੁਕਮੀ। ਇੱਕ ਹੁਕਮੀ ਹੈ ਰੱਬ ਜੀ, ਇੱਕ ਹੁਕਮੀ ਹੈ ਮੇਰਾ ਮਨ, ਰਾਈਟ। ਰੱਬ ਜੀ ਹੁਕਮੀ ਦੀ ਗੱਲ ਜੇਕਰ ਮੇਰਾ ਮਨ ਸੁਣ ਲਵੇ ਤਾਂ ਵੀ ਮੇਰਾ ਮਨ ਹੀ ਬਾਡੀ ਨੂੰ ਚਲਾਉਂਦਾ ਹੈ, ਔਰ ਰੱਬ ਜੀ ਹੁਕਮੀ ਦਾ ਜੇ ਕਹਿਣਾ ਮੇਰਾ ਮਨ ਨਾ ਮੰਨੇ ਤਾਂ ਵੀ ਮੇਰੀ ਬਾਡੀ ਨੂੰ ਮੇਰਾ ਮਨ ਚਲਾਉਂਦਾ ਹੈ। ਪਰ ਜੇ ਸਤਿਗੁਰ ਕੀ ਮਤ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ, ਜੇ ਮੇਰਾ ਮਨ ਸਤਿਗੁਰ ਦੀ ਗੱਲ ਸੁਣ ਲਵੇ ਤਾਂ ਵੀ ਮੇਰਾ ਮਨ ਹੀ ਰਹੇਗਾ ਨਾ, ਪਰ ਵਿਰਲਾ ਬਣ ਜਾਏਗਾ। ਉਸ ਵੇਲੇ ਜਿਹੜੀ ਗੱਲ ਕੀਤੀ ਜਾਂਦੀ ਹੈ, ਇਹ ਈਡੀਐਮ ਨੂੰ ਉਸ ਤਰ੍ਹਾਂ ਬਣਾਉਣਾ ਹੈ, ਸੁਣੋ ਸਭ ਦੀ। ਲੋਕੀ ਤਾਂ ਪੁੱਠੇ ਰਾਹ ਟੋੜਦੇ ਨੇ, ਪਰ ਸੁਣੋ ਬੰਦ ਦੀ ਮੀਨਸ ਅੰਦਰ ਦੀ ਆਵਾਜ਼ ਨੂੰ ਸੁਣ। ਡਿਸਟਰਕਟਿਵ ਨਹੀਂ ਹੁੰਦੀ, ਉਹ ਰੱਬ ਜੀ ਦੀ ਹੁੰਦੀ ਹੈ, ਉਹ ਐਲੀਵੇਟਿਡ ਮਨ ਦੀ ਹੁੰਦੀ ਹੈ, ਸੁਧਰ ਗਏ ਵਿਰਲੇ ਮਨ ਦੀ ਹੁੰਦੀ ਹੈ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਹੈ, ਗੁਰਬਾਣੀ ਫਰਮਾਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਇਹਦੇ ਵਿੱਚ ਕਈ ਡੂੰਘਾਈ ਤੇ ਜਾ ਕੇ ਪਤਾ ਲੱਗਦਾ ਹੈ ਵੀ ਬਹੁਤ ਹੀ ਵੱਡੀ ਗੱਲ ਕਹੀ ਗਈ ਹੈ। ਇਹਦੇ ਵਿੱਚ ਹੈ ਕਿ ਸਿਚੁਏਸ਼ਨ ਕੀ ਬਣੀ ਹੋਈ ਹੈ? ਇਹਦੇ ਸਿਚੁਏਸ਼ਨ ਬਣੀ ਹੋਈ ਹੈ, ਮੈਂ ਇਹ ਹਮ ਲਾਈ ਹੋਈ ਹੈ ਨਾ ਜਿਹੜੀ ਮੈਂ ਇਹ ਖਿਆਲ ਚੰਗੇ ਨਹੀਂ ਨੇ। कबीर जहाँ दिन होम हुआ, ए हो की है हम मैं, हमारी जात, मेरी डिग्री, मेरा पैसा, मेरी ये मेरा वो, है ना, मेरा धर्म। ए जी मैं लाई है ना, ए हम नहीं चंगे, ए हम वाले ख्याल चंगे नहीं ने, राइट। ते बुरा किसी नूं कहण दी लोड़ नहीं है। ते जिहड़े बुरे ख्याल आंदे ने, बुरे ख्यालां नूं चंगे ख्याल बना लै। फरीदा बुरे दा भला कर, बुरे ख्याल नूं भला बना लै ते फिर तो बुरा ख्याल कोई भी नहीं है ना। पहला मैनू क्रोध आंदा सी, मैं लोकां नूं मारदा सी, लोकां दा बिगाड़ करदा सी। हुण मैनू क्रोध आंदा ते बीर रस दे नाल मैं इस्त्री जात नाल जिहड़ा धक्का हो रहा उहदे अगेंस्ट आवाज़ उठांदा हां, दाज प्रथा दे अगेंस्ट आवाज़ उठांदा हां, नशियां दे अगेंस्ट आवाज़ उठांदा हां। क्रोध मेरा वही है, पर उन्हें क्रोध बुरा नहीं है, उन्हें बीर रस बन गया। बीर रस दूजियां दा भला करीदा, बुरे दा
ਭਲਾ ਕਰ। ਕੀ ਨਾਂ ਹੈ ਤੁਹਾਡਾ? ਅਸ਼ਪ੍ਰੀਤ ਸਿੰਘ, ਆਈ ਐਮ ਰੀਡਿੰਗ +1 ਜੀ। ਵਾਓ, ਅਸ਼ਪ੍ਰੀਤ ਸਿੰਘ ਜੀ, ਥੈਂਕਸ ਫॉर ਸ਼ੇਅਰਿੰਗ। ਇੱਕ ਸਵਾਲ ਹੋਰ ਹੈ ਮੇਰਾ। ਕੱਲ ਰਹਾਓ ਗੁਰਬਾਣੀ ਦੇ ਵਿੱਚ ਜਦੋਂ ਰਹਾਓ ਆਉਂਦਾ ਹੈ ਉਦੋਂ ਰੁਕਣਾ ਚਾਹੀਦਾ, ਕਈ ਕਹਿੰਦੇ ਨੇ ਤੇਜ਼ ਚੱਲਣਾ ਚਾਹੀਦਾ। ਇਹਦੇ ਵਿੱਚ ਹੈ ਕਿ ਕੱਲ ਤੁਸੀਂ ਗੁਰਦੁਆਰੇ ਵੀ ਦੱਸ ਰਹੇ ਸੀ ਗੁਰੂ ਨਾਨਕ ਦਰਬਾਰ ਸਾਹਿਬ। ਰਹਾਉ ਦਾ ਮਤਲਬ ਹੁੰਦਾ ਪੌਜ਼, ਰੁਕੋ। ਜਿਹੜੀ ਪੰਕਤੀ ਪੜ੍ਹ ਕੇ ਆਏ ਹੋ ਨਾ, ਇਹਦੇ ਵਿੱਚ ਸ਼ਬਦ ਦਾ ਸੈਂਟਰ ਲਾਈ ਦੀ ਹੈ, ਠੀਕ ਹੈ? ਹਾਂਜੀ। ਭਾਵ ਅਰਥ ਉੱਥੋਂ ਸਮਝਦੇ ਆ ਕਿ ਸਾਰੇ ਸ਼ਬਦ ਦਾ ਪਿਵਟਲ ਪੁਆਇੰਟ ਕੀ ਹੈ। ਠੀਕ ਹੈ ਅਰਸ਼ਪ੍ਰੀਤ ਸਿੰਘ ਜੀ, ਥੈਂਕ ਯੂ, ਆਈ ਅਪਰੀਸ਼ੀਏਟ ਯੂਰ ਕਿਉਰਿਓਸਿਟੀ। ਥੈਂਕ ਸਰ ਮੇਰਾ ਸਵਾਲ ਇਹ ਹੈ ਵੀ ਧਰਮ ਕੀ ਹੈ? ਨਿਜ ਕਰ ਦੀ ਆਵਾਜ਼ ਨੂੰ ਸੁਣ ਕੇ ਉਸ ਅਨੁਸਾਰ ਜੀਣਾ ਧਰਮ ਹੈ। ਉਹ ਇੱਕੋ ਹੀ ਹੁੰਦਾ ਹੈ। ਰਿਚੁਅਲਸ ਔਰ ਕਰਮ ਕਾਂਡ ਦੇ ਆਰਗੇਨਾਈਜ਼ਡ ਪਖੰਡ ਨੂੰ ਧਰਮ ਨਹੀਂ ਕਹਿੰਦੇ ਨੇ। ਸਰ ਇੱਕ ਗੁਰਬਾਣੀ ਦੇ ਵਿੱਚ ਮਾਈ ਸ਼ਬਦ ਬਹੁਤ ਜਗ੍ਹਾ ਤੇ ਆਇਆ, ਉਹਦਾ ਕੀ ਅਰਥ ਹੈ? ਮਤ, ਮਾਈ ਮਤ ਨੂੰ ਕਹਿੰਦੇ ਨੇ। ਠੀਕ ਹੈ। ਘਰ ਕੀ ਗੀਹਨ ਚੰਗੀ, ਘਰ ਕੀ ਨਾਰ, ਹਰ ਇਨਸਾਨ ਦੀ ਜਿਹੜੀ ਮਤ ਹੁੰਦੀ ਹੈ ਇਹਨੂੰ ਮਾਈ ਕਹਿੰਦੇ ਨੇ। ਠੀਕ ਹੈ। ਹਾਂਜੀ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਹਰਪ੍ਰੀਤ ਹੈ ਜੀ। ਤੇ ਹਰਪ੍ਰੀਤ, ਹਾਂਜੀ ਹਾਂਜੀ। ਤੇ ਮੈਂ CMT ਕਾਲਜ ਟੀਚ ਕਰਦਾ, ਇੰਗਲਿਸ਼ ਪੜ੍ਹਾਉਂਦਾ ਸਰ। ਵਾਹ। ਹਾਂਜੀ ਸਰ। ਤੇ ਸਰ ਮੇਰਾ ਕੁਐਸਚਨ ਇਹ ਹੈ ਕਿ ਧਰਮ ਦੇ ਬਾਰੇ ਜਿੱਥੋਂ ਤੱਕ ਮੈਨੂੰ ਪਤਾ, ਮੈਨੂੰ ਸਮਝ ਲੱਗੀ ਹੈ, ਉਹ ਇੱਕ ਤਰ੍ਹਾਂ ਦਾ ਫੀਅਰ ਕ੍ਰੀਏਟ ਹੁੰਦਾ ਜਾ ਰਿਹਾ ਸਰ। ਤੇ ਬੀਇੰਗ ਅ ਲਿਟਰੇਚਰ ਸਟੂਡੈਂਟ, ਦੈਟ ਇਜ਼ ਟੋਟਲੀ ਡਿਫਰੈਂਟ ਫਰੋਮ ਰਿਲੀਜਨ। ਤੇ ਉਹਦੇ 'ਚ ਲਿਟਰੇਚਰ 'ਚ ਹੁਣ ਤੱਕ ਸਿੱਖਿਆ ਵੀ ਬੰਦੇ ਦਾ ਹਿਊਮਨ ਬਿਹੇਵੀਅਰ, ਸਾਈਕੋਲੋਜੀਕਲ ਪ੍ਰੋਸੈਸਿਸ ਤੇ ਹੋਰ ਆਪਣੇ ਸਮਾਜ ਬਾਰੇ, ਸਮਾਜ ਨੂੰ ਚੇਂਜ ਕਰਨ ਦੀ ਗੱਲ ਆਉਂਦੀ ਹੈ, ਇੱਕ ਸੋਹਣਾ ਸਮਾਜ ਸਿਰਜਣ ਦੀ ਗੱਲ ਆਉਂਦੀ ਹੈ। ਜਦੋਂ ਕਿ ਜੇ ਆਪਾਂ, ਜਿੱਥੋਂ ਤੱਕ ਮੈਨੂੰ ਐਜ਼ ਆਈ ਐਮ ਕੰਸਰਨਡ ਵਿਦ ਰਿਲੀਜਨ, ਜਿੱਥੋਂ ਤੱਕ ਮੈਨੂੰ ਪਤਾ ਹੈ, ਮੈਨੂੰ ਇਹ ਲੱਗਿਆ ਵੀ ਧਰਮ, ਜਿਵੇਂ ਤੁਹਾਡੀ ਇੰਟਰਪ੍ਰੀਟੇਸ਼ਨ ਸੁਣ ਕੇ ਸਰ ਮੈਨੂੰ ਬੜਾ ਆਨੰਦ ਆਇਆ, ਵਧੀਆ ਮੈਨੂੰ ਲੱਗਿਆ ਵੀ ਯੂ ਆਰ ਟਾਕਿੰਗ ਆਲ ਦ ਥਿੰਗਸ ਵੈਰੀ ਸਾਇੰਟੀਫਿਕਲੀ। ਥੈਂਕ ਯੂ। ਐਂਡ ਯੂ ਆਰ ਨਾਟ ਸੇਇੰਗ ਲਾਈਕ ਕਿ ਬਿਯੋਂਡ ਆਫਟਰ ਬਰਥ ਵੀ ਕੁਛ ਹੈਗਾ। ਹੁਣ ਤੱਕ ਮੈਨੂੰ ਕੋਈ ਗੱਲ ਇਹੋ ਜਿਹੀ ਲੱਗੀ ਨਹੀਂ ਸਰ ਤੁਹਾਡੀ ਇੰਟਰਪ੍ਰੀਟੇਸ਼ਨ ਦੇ ਨਾਲ। ਥੈਂਕ ਯੂ। ਤੇ ਸਰ ਮੈਂ ਇਹੀ ਜਾਣਨਾ ਚਾਹੁੰਦਾ ਕਿ ਆਫਟਰ ਲਾਈਫ ਵੀ ਸਮਥਿੰਗ ਇਜ਼ ਦੇਅਰ ਟੂ ਲਿਵ। God knows. God knows. And we don't have to know. We have to know at present ਮੈਨੂੰ ਕਿਹੜੇ ਜੰਮ ਚਮੜੇ ਹੋਏ ਨੇ, ਔਰ at present ਮੈਂ ਕਿਹੜੇ ਨਰਕ ਵਿੱਚ ਰਹਿੰਦਾ, ਔਰ at present ਮੈਨੂੰ ਇਸ ਧਰਤੀ ਨੂੰ ਸਵਰਗ ਕਿਵੇਂ ਬਣਾਉਣਾ ਹੈ। ਰਾਈਟ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਾ ਕੋਇਲਾ, ਮੈਨੂੰ ਮਰਨ ਤੋਂ ਬਾਅਦ ਕੀ ਹੁੰਦਾ ਦੇਖਿਆ ਜਾਏਗਾ। ਬਟ ਐਟ ਪ੍ਰੈਜ਼ੈਂਟ ਮੈਨੂੰ ਇਨਸਾਨੀਅਤ ਭਰਪੂਰ ਜੀਵਨ ਕਿਵੇਂ ਜੀਣਾ ਹੈ, ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। ਨਹੀਂ, ਬਟ ਦੇਰ ਆਰ ਸਰਟਨ ਇੰਡੀਵਿਜੂਅਲਸ, ਸਰਟਨ ਪੀਪਲ who try to give the messages that after life you have to live like that. If you are doing this thing, this will happen to you in future, in afterlife. What is that thing? ਐਜ਼ ਪਰ ਗੁਰਬਾਣੀ ਸਾਨੂੰ ਸਮਝ ਆਉਂਦਾ ਹੈ ਕਿ ਮੈਨੂੰ ਪ੍ਰੈਜ਼ੈਂਟ ਲਾਈਫ ਵੱਲ ਧਿਆਨ ਦੇਣਾ ਹੈ ਨਾ। ਓਕੇ ਸਰ। ਵਰਤਮਾਨ ਵਿੱਚ ਵਰਤਦਾ ਹੋਵਨ ਆਰ ਸੋਈ ਪਰਵਾਨਾ, ਮੈਨੂੰ ਪ੍ਰੈਜ਼ੈਂਟ ਜੀਵਨ ਸਿੱਖਣਾ ਹੈ, ਔਰ ਪ੍ਰੈਜ਼ੈਂਟ ਜੀਵਨ ਵਿੱਚ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਮੈਨੂੰ ਜੀਂਦੇ ਜੀ ਚੰਗੇ ਗੁਣਾਂ ਦੀ ਪ੍ਰਵਾਨਤਾ ਪ੍ਰਾਪਤ ਕਰਨ ਵਾਸਤੇ, ਰੱਬ ਜੀ ਦੀ ਦਰਗਾਹ 'ਚ ਹਾਜ਼ਰ ਹੋਣ ਵਾਸਤੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਮੈਨੂੰ ਚੰਗੇ ਗੁਣਾਂ ਦੇ ਨਾਲ ਜੀਂਦੇ ਜੀ ਰੱਬ ਜੀ ਦੀ ਦਰਗਾਹ 'ਚ ਪ੍ਰਵਾਨ ਹੋਣਾ ਹੈ। ਚੰਗੇ ਗੁਣ ਜੀਣੇ ਹੈ, ਦੈਟਸ ਇਟ। ਓਕੇ ਸਰ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਤਰਨਜੀਤ ਕੌਰ ਹੈ। ਤਰਨਜੀਤ। ਸਰ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਥਰਡ ਆਈ ਬਾਰੇ ਮੈਂਸ਼ਨ ਕੀਤਾ ਸੀ, ਕਿ ਤੁਸੀਂ ਮੈਨੂੰ ਇਹਦੇ ਬਾਰੇ ਡਿਟੇਲ 'ਚ ਦੱਸ ਸਕਦੇ ਹੋ ਪੂਰਾ ਕਿ ਥਰਡ ਆਈ ਕੀ ਹੈ, ਸਿਕਸ ਸੈਂਸ ਤੋਂ ਇਲਾਵਾ? ਮੇਰੀ ਜੀਭ ਚਾਹੁੰਦੀ ਹੈ ਕਿ ਮੈਂ ਸ਼ਰਾਬ ਪੀਆਂ, ਪਰ ਮੈਂ ਦੇਖ ਸਕਾਂ ਕਿ ਸ਼ਰਾਬ ਪੀਣ ਤੋਂ ਬਾਅਦ ਲੀਵਰ ਕਿਵੇਂ ਖਰਾਬ ਹੁੰਦਾ, ਕਿਵੇਂ ਘਰ ਬਰਬਾਦ ਹੁੰਦੇ ਨੇ, ਸਮਾਜ ਕਿਵੇਂ ਬਰਬਾਦ ਹੁੰਦਾ ਹੈ। ਉਹ ਜਿਹੜੀ ਸੋਚ ਹੈ ਨਾ, ਉਹ ਜਿਹੜਾ ਇੰਟਲੈਕਟ ਹੈ, ਉਹਨੂੰ ਥਰਡ ਆਈ ਕਹਿੰਦੇ ਨੇ। ਰਾਈਟ।
ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਜੋ ਦੇਖਦਾ ਹੈ ਜਾਂ ਦੇਖਦੀ ਹਾਂ, ਇਹਨਾਂ ਅੱਖਾਂ ਦੇ ਪਿੱਛੇ ਇੰਟੈਂਸ਼ਨ ਕੀ ਹੈ, ਆਪਣੀ ਇੰਟੈਂਸ਼ਨ ਨੂੰ ਸਮਝ ਪਾਣਾ ਮੀਨਸ ਦੇਖ ਪਾਣਾ, ਥਰਡ ਆਈ ਹੈ, ਰਾਈਟ। Thank you.